हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਪੋਲੀਟੀਕਲ ਸਾਇੰਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਡਰ ਜਿਹੜੇ ਕਾਲਜਸ ਪੈਂਦੇ ਨੇ ਉਹਨਾਂ ਸਟੂਡੈਂਟਸ ਦੇ ਲਈ ਆਪਾਂ ਪੋਲੀਟੀਕਲ ਸਾਇੰਸ ਦੇ ਜਿਹੜੇ ਕਿ ਇੰਪੋਰਟੈਂਟ ਸ਼ਾਰਟ ਕੁਐਸਚਨ ਆਨਸਰ ਕਰਾਂਗੇ। ਜਿਵੇਂ ਸਟੂਡੈਂਟਸ ਤੁਹਾਨੂੰ ਪਤਾ ਹੀ ਹੈ ਕਿ ਸ਼ਾਰਟ ਕੁਐਸਚਨ ਆਨਸਰ ਤੁਹਾਨੂੰ 15 ਆਉਣੇ ਨੇ। 15 ਦੇ ਵਿੱਚ ਯੂ ਕੈਨ ਅਟੈਂਪਟ ਐਨੀ 9, ਤੁਸੀਂ ਕੋਈ 9 ਕੁਐਸਚਨਾਂ ਦੇ ਆਨਸਰ ਕਰਨੇ ਹੋਣਗੇ। ਸੋ ਆਪਾਂ ਜਿਹੜੇ ਕਿ ਹਰ ਚੈਪਟਰ ਦੇ ਆਪਾਂ ਇੰਪੋਰਟੈਂਟ ਕੁਐਸਚਨਸ ਜਿਵੇਂ ਤੁਸੀਂ ਪ੍ਰੀਵੀਅਸ ਈਅਰ 'ਚ ਆਏ ਹੋਏ ਨੇ ਜਿਹੜੇ ਕਿ ਉਹ ਕੁਐਸਚਨਸ ਪੱਕਾ ਲਰਨ ਕਰਨੇ ਨੇ, ਆਪਾਂ ਉਹੀ ਤੁਹਾਡੇ ਨਾਲ ਜਿਹੜੇ ਕਿ ਇਸ ਵੀਡੀਓ 'ਚ ਡਿਸਕਸ ਕਰਾਂਗੇ। ਠੀਕ ਹੈ, ਹਾਂਜੀ ਆਪਾਂ ਚੈਪਟਰ ਵਾਈਜ਼ ਕਰਾਂਗੇ। ਸੋ ਵੀਡੀਓ ਐਂਡ ਤੱਕ ਦੇਖਣਾ। ਤੇ ਆਪਾਂ 2 ਵੀਡੀਓ ਬਣਾਵਾਂਗੇ, ਇੱਕ ਪਾਰਟ ਨੰਬਰ 1 ਹੋਣ ਵਾਲੀ ਤੇ ਇੱਕ ਆਪਾਂ ਫੇਰ ਬਣਾਵਾਂਗੇ ਪਾਰਟ ਨੰਬਰ 2। ਠੀਕ ਹੈ, ਹਾਂਜੀ ਫਸਟ ਆਪਣਾ ਕੁਐਸਚਨ ਹੈਗਾ ਰਾਣੀ ਸ਼ਾਸਤਰ ਤੋਂ ਤੁਹਾਡਾ ਕੀ ਭਾਵ ਹੈ। ਦੇਖੋ ਸਟੂਡੈਂਟਸ ਇਹ ਬਾਰ-ਬਾਰ ਕੁਐਸਚਨਸ ਆਏ ਹੋਏ ਨੇ। ਠੀਕ ਹੈ, ਰਾਜਨੀਤੀ ਸ਼ਾਸਤਰ ਤੋਂ ਤੁਹਾਡਾ ਕੀ ਭਾਵ ਹੈ, ਜਾਂ ਰਾਣੀ ਸ਼ਾਸਤਰ ਦੇ ਅਰਥ ਲਿਖੋ, ਜਾਂ ਰਾਣੀ ਸ਼ਬਦ ਦਾ ਮੂਲ ਕੀ ਹੈ। ਠੀਕ ਹੈ, ਤੇ ਇਹਦਾ ਕੀ ਆ, ਰਾਣੀ ਸ਼ਾਸਤਰ ਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਕੀ ਕਹਿੰਦੇ ਹਾਂ, ਪੋਲੀਟੀਕਲ ਸਾਇੰਸ ਕਹਿੰਦੇ ਹਾਂ। ਤੇ ਇਹ ਸ਼ਬਦ ਕਿਸ ਤੋਂ ਬਣਿਆ, ਪੋਲਿਟਿਕਸ ਤੋਂ। ਠੀਕ ਹੈ, ਪੋਲਿਟਿਕਸ ਤੋਂ ਇਹ ਸ਼ਬਦ ਬਣਿਆ, ਪੋਲੀਟੀਕਲ ਸਾਇੰਸ ਪੋਲਿਟਿਕਸ ਸ਼ਬਦ ਤੋਂ ਬਣਿਆ। ਤੇ ਇਸ ਸ਼ਬਦ ਦੀ ਜਿਹੜੀ ਕਿ ਉਤਪਤੀ ਗ੍ਰੀਕ ਭਾਸ਼ਾ ਦੇ ਸ਼ਬਦ, ਜਿਹੜਾ ਗ੍ਰੀਕ ਭਾਸ਼ਾ ਦਾ ਸ਼ਬਦ ਆ ਪੋਲਿਸ। ਠੀਕ ਹੈ, ਪੋਲੀਟੀਕਲ ਸਾਇੰਸ ਭਾਵ ਕਿ ਇੰਗਲਿਸ਼ ਦੇ ਜਿਹੜੇ ਇਹ ਵਰਡ ਹੈ ਗ੍ਰੀਕ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਹੋਇਆ। ਠੀਕ ਹੈ, ਪੋਲਿਸ ਤੋਂ ਬਣਿਆ, ਜਿਸ ਦਾ ਅਰਥ ਹੈ ਨਗਰ ਰਾਜ। ਇਹਦਾ ਅਰਥ ਹੈ ਨਗਰ ਰਾਜ। ਤੇ ਗ੍ਰੀਕ ਲੋਕ ਆ ਜਿਹੜੇ ਕਿ ਨਗਰ ਰਾਜਾਂ ਦੇ ਵਿੱਚ ਰਹਿੰਦੇ ਸੀ, ਜਿਸ ਕਰਕੇ ਪੋਲੀਟਿਕਸ ਦਾ ਅਰਥ ਹੈ ਜਿਹੜੇ ਕਿ ਨਗਰ ਰਾਜ ਦੇ ਅਧਿਐਨ ਤੋਂ ਆ। ਪੋਲੀਟਿਕਸ ਦਾ ਅਰਥ ਕੀ ਹੈ, ਨਗਰ ਰਾਜ ਦੇ ਅਧਿਐਨ ਤੋਂ ਆ। ਤੇ ਪਰ ਅੱਜ ਵੱਡੇ ਵੱਡੇ ਰਾਜਾਂ ਦੀ ਸਥਾਪਨਾ ਹੋ ਗਈ ਹੈ, ਜਿਸ ਲਈ ਅਸੀਂ ਇਸ ਦਾ ਅਰਥ ਰਾਜ ਦੇ ਅਧਿਐਨ ਤੋਂ ਲੈਂਦੇ ਹਾਂ। ਅਸੀਂ ਇਸ ਦਾ ਅਰਥ ਕਿਤੋਂ ਲੈਂਦੇ ਹਾਂ, ਰਾਜ ਦੇ ਅਧਿਐਨ ਤੋਂ ਲੈਂਦੇ ਹਾਂ। ਇਸ ਤਰ੍ਹਾਂ ਸ਼ਾਬਦਿਕ ਅਰਥਾਂ ਵਿੱਚ ਆਪਾਂ ਕਹਿ ਸਕਦੇ ਕਿ ਰਾਜਨੀਤੀ ਸ਼ਾਸਤਰ ਉਹ ਵਿਸ਼ਾ ਹੈ ਜੋ ਰਾਜ ਦਾ ਅਧਿਐਨ ਕਰਦਾ, ਜੋ ਰਾਜ ਦਾ ਅਧਿਐਨ ਕਰਦਾ। ਅੱਗੇ ਹੈਗਾ ਰਾਣੀ ਸ਼ਾਸਤਰ ਦੀ 2 ਪਰੰਪਰਾਵਾਦੀ ਪਰਿਭਾਸ਼ਾਵਾਂ ਦੇਣੀਆਂ ਨੇ। ਤਾਂ ਉਹ ਸ਼ਾਸਤਰ ਜੋ ਰਾਜ ਤੇ ਸਰਕਾਰ ਦੀ ਜਾਣਕਾਰੀ ਦਿੰਦਾ। ਠੀਕ ਹੈ, ਉਹਨੂੰ ਆਪਾਂ ਰਾਣੀ ਸ਼ਾਸਤਰ ਕਹਿੰਦੇ ਹਾਂ। ਰਾਜਨੀਤੀ ਸ਼ਾਸਤਰ ਕਿਹੜਾ, ਜਿਹੜਾ ਰਾਜ ਤੇ ਸਰਕਾਰ ਦੀ ਜਾਣਕਾਰੀ ਦਿੰਦਾ, ਰਾਜ ਤੇ ਸਰਕਾਰ ਦੀ ਜਾਣਕਾਰੀ ਦਿੰਦਾ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਰਾਜਨੀਤੀ ਸ਼ਾਸਤਰ। ਰਾਜ ਤੇ ਸਰਕਾਰ ਦੀ ਜਾਣਕਾਰੀ ਦਿੰਦਾ, ਉਹਨੂੰ ਆਪਾਂ ਕਹਿੰਦੇ ਹਾਂ ਰਾਜਨੀਤੀ ਸ਼ਾਸਤਰ। ਤੇ ਪ੍ਰੋਫੈਸਰ ਗਾਰਨਰ ਦੇ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਕਿਹਦੇ ਨਾਲ ਹੁੰਦਾ, ਰਾਜ ਦੇ ਨਾਲ ਹੁੰਦਾ। ਸੀਲੇ ਲਿਕੌਕ ਇਹ ਜਿਹੜੇ ਵਿਦਵਾਨਾਂ ਨੇ ਇਹਨਾਂ ਰਾਣੀ ਸ਼ਾਸਤਰ ਨੂੰ ਸਰਕਾਰ ਦਾ ਵਿਗਿਆਨ ਕਿਹਾ। ਤੇ ਗੇਟੇਲ ਗਿਲ ਕ੍ਰਾਈਸਟ ਪਾਲ ਜੈਨੇਟ ਤੇ ਲਾਸਕੀ ਦੇ ਅਨੁਸਾਰ ਰਾਣੀ ਸ਼ਾਸਤਰ ਰਾਜ ਤੇ ਸਰਕਾਰ ਦਾ ਵਿਗਿਆਨ ਹੈ। ਤੇ ਗਿਲ ਕ੍ਰਾਈਸਟ ਦੇ ਅਨੁਸਾਰ ਰਾਣੀ ਸ਼ਾਸਤਰ ਰਾਜ ਦੀਆਂ ਆਮ ਸਮੱਸਿਆਵਾਂ ਦਾ ਅਧਿਐਨ ਕਰਦਾ। ਤੇ ਸਟੂਡੈਂਟਸ ਤੁਹਾਨੂੰ ਇਹ ਪਰਿਭਾਸ਼ਾਵਾਂ ਯਾਦ ਕਰਨੀਆਂ ਪੈਣਗੀਆਂ। ਤੇ ਪਰਿਭਾਸ਼ਾਵਾਂ ਸਟੂਡੈਂਟਸ ਜਦੋਂ ਤੁਸੀਂ ਜੇ ਤੁਹਾਨੂੰ ਯਾਦ ਨਹੀਂ ਹੁੰਦੀਆਂ ਤਾਂ ਉਹਨੂੰ ਕੌਮਿਆਂ ਦੇ ਵਿੱਚ ਨਹੀਂ ਲਿਖਣਾ, ਉਹਨੂੰ ਆਪਣੀ ਲੈਂਗੁਏਜ 'ਚ ਲਿਖ ਸਕਦੇ ਹੋ। ਠੀਕ ਹੈ, ਰਾਈਟਰ ਦਾ ਨੇਮ ਪਾ ਕੇ ਉਹਨੂੰ ਆਪਣੀ ਲੈਂਗੁਏਜ 'ਚ ਲਿਖ ਸਕਦੇ ਹੋ, ਬਟ ਉਹਨੂੰ ਕੌਮਿਆਂ 'ਚ ਨਾ ਪਾਇਓ। ਠੀਕ ਹੈ, ਜੋ ਤੁਸੀਂ ਕੌਮਿਆਂ ਦੇ ਵਿੱਚ ਪਾ ਦਿੰਦੇ ਹੋ ਤਾਂ ਇਹਦਾ ਮਤਲਬ ਕਿ ਤੁਸੀਂ ਜਿਹੜੇ ਕਿ ਡਿਟੋ ਜੋ ਚੀਜ਼ ਹੈ ਪਰਿਭਾਸ਼ਾ ਉਹਦੀ ਜੋ ਕਿਸੇ ਨੇ ਕਿਹਾ ਹੋਇਆ, ਠੀਕ ਹੈ, ਉਵੇਂ ਲਿਖਣਾ ਹੁੰਦਾ। ਅੱਗੇ ਹੈਗਾ ਰਾਣੀ ਸ਼ਾਸਤਰ ਦੀ ਪਰਿਭਾਸ਼ਾ ਦੇਣੀ। ਹੁਣ ਰਾਜਨੀਤੀ ਸ਼ਾਸਤਰ ਦੀ ਪਰਿਭਾਸ਼ਾ ਦੇਣੀ। ਪਰੰਪਰਾਵਾਦੀ ਪਰਿਭਾਸ਼ਾ ਸੀ, ਇਹਦੇ ਵਿੱਚ ਪਰਿਭਾਸ਼ਾਵਾਂ ਜਿਵੇਂ ਤੁਸੀਂ ਕਿਸੇ ਮਰਜ਼ੀ ਦੇ ਜਿਹੜੇ ਤੁਹਾਨੂੰ ਸੌਖੇ ਯਾਦ ਹੁੰਦੇ ਨੇ ਤੁਸੀਂ ਉਹਦੇ ਪਰਿਭਾਸ਼ਾਵਾਂ ਯਾਦ ਕਰ ਸਕਦੇ ਹੋ। ਤੁਹਾਡੀ ਬੁੱਕ ਦੇ ਵਿੱਚ ਕਾਫੀ ਦਿੱਤੀਆਂ ਵੀ ਹੁੰਦੀਆਂ ਹਨ ਅਲੱਗ-ਅਲੱਗ ਰਾਈਟਰਸ ਦੀਆਂ। ਜਿਵੇਂ ਡੇਵਿਡ ਈਸਟਨ ਦੇ ਅਨੁਸਾਰ ਰਾਜਨੀਤੀ ਮੂਲਾਂ ਦਾ ਅਧਿਕਾਰਨ ਨਿਰਧਾਰਨ ਹੈ, ਜਿਵੇਂ ਕਿ ਸ਼ਕਤੀ ਦੀ ਵੰਡ ਅਤੇ ਵਰਤੋਂ ਤੋਂ ਪ੍ਰਭਾਵਿਤ ਹੁੰਦਾ ਹੈ। ਠੀਕ ਹੈ, ਅਗਲਾ ਹੈਗਾ ਕਿ ਰਾਜਨੀਤੀ ਸ਼ਾਸਤਰ ਦੇ ਤਹਿਤ ਰਾਜ ਦਾ ਅਧਿਐਨ ਕੀਤਾ ਜਾਂਦਾ। ਰਾਣੀ ਸ਼ਾਸਤਰ ਰਾਜ ਦਾ ਵਿਗਿਆਨ ਹੈ, ਇਸ ਦੇ ਵਿੱਚ ਸਮੁੱਚੇ ਰਾਜ ਦਾ ਅਧਿਐਨ ਕੀਤਾ ਜਾਂਦਾ। ਬਲਾਂਸ਼ਲੀ ਗਾਰਨਰ ਗੈਟੇਲ ਗੈਰੀਜ਼ ਇਹਨਾਂ ਵਿਦਵਾਨਾਂ ਦੇ ਅਨੁਸਾਰ ਰਾਣੀ ਸ਼ਾਸਤਰ ਦਾ ਮੁੱਖ ਵਿਸ਼ਾ ਖੇਤਰੀ ਰਾਜ ਹੈ। ਤੇ ਰਾਜ ਇੱਕ ਅਜਿਹਾ ਕੇਂਦਰ ਬਿੰਦੂ ਹੈ ਜਿਹਦੇ ਆਲੇ ਦੁਆਲੇ ਰਾਣੀ ਸ਼ਾਸਤਰ ਘੁੰਮਦਾ। ਠੀਕ ਹੈ, ਜਿਹਦੇ ਆਲੇ ਦੁਆਲੇ ਰਾਣੀ ਸ਼ਾਸਤਰ ਘੁੰਮਦਾ। ਤੇ ਪ੍ਰੋਫੈਸਰ ਗਾਰਨਰ ਦੇ ਅਨੁਸਾਰ ਰਾਣੀ ਸ਼ਾਸਤਰ ਦਾ ਆਰੰਭ ਤੇ ਅੰਤ ਰਾਜ ਦੇ ਨਾਲ ਹੁੰਦਾ। ਤੇ ਰਾਣੀ ਸ਼ਾਸਤਰ ਰਾਜ ਦੇ ਅਤੀਤ, ਵਰਤਮਾਨ ਤੇ ਭਵਿੱਖ ਦਾ ਅਧਿਐਨ ਕਰਦਾ। ਹਾਂਜੀ, ਅੱਗੇ ਹੈਗਾ ਰਾਜਨੀਤੀ ਸ਼ਾਸਤਰ ਦਾ ਖੇਤਰ। ਖੇਤਰ ਦੇ ਵਿੱਚ ਸਕੋਪ ਰਾਜ ਦਾ ਅਧਿਐਨ ਕੀਤਾ ਜਾਂਦਾ। ਰਾਣੀ ਸ਼ਾਸਤਰ ਦੇ ਵਿੱਚ ਰਾਜ ਦੀ ਉਤਪਤੀ, ਉਹਦਾ ਵਿਸਥਾਰ, ਰਾਜ ਕੀ ਹੈ, ਰਾਜ ਦੇ ਤੱਤ ਕੀ ਨੇ, ਰਾਜ ਦੀ ਪ੍ਰਕਿਰਤੀ ਕੀ ਆ, ਰਾਜ ਦਾ ਭਵਿੱਖ ਕੀ ਆ, ਵਰਤਮਾਨ ਕੀ ਹੈ ਤੇ ਭੂਤਕਾਲ ਕੀ ਸੀ। ਠੀਕ ਹੈ, ਭੂਤਕਾਲ ਕੀ ਸੀ, ਇਹਦਾ ਸਭ ਦਾ ਅਧਿਐਨ ਹੁੰਦਾ। ਅੱਗੇ ਹੈਗਾ ਸਰਕਾਰ ਦਾ ਅਧਿਐਨ। ਰਾਣੀ ਸ਼ਾਸਤਰ ਦੇ ਵਿੱਚ ਅਸੀਂ ਅਧਿਐਨ ਕਰਦੇ ਹਾਂ ਕਿ ਸਰਕਾਰ ਕੀ ਹੈ, ਇਹਦੇ ਕੀ ਕਿਹੜੇ-ਕਿਹੜੇ ਅੰਗ ਨੇ, ਸਰਕਾਰ ਕੀ ਕਾਰਜ ਕਰਦੀ ਹੈ, ਇਹਦੇ ਕਿਹੜੇ-ਕਿਹੜੇ ਵੱਖ-ਵੱਖ ਰੂਪ ਨੇ। ਅੱਗੇ ਹੈਗਾ ਰਾਜਨੀਤੀ ਸਿਧਾਂਤ ਦਾ ਅਰਥ। ਹਾਂਜੀ, ਰਾਜਨੀਤੀ ਸਿਧਾਂਤ ਦਾ ਅਰਥ ਜਾਂ ਰਾਜਨੀਤੀ ਸਿਧਾਂਤ ਤੋਂ ਤੁਹਾਡਾ ਕੀ ਭਾਵ ਹੈ, ਤੁਸੀਂ ਲੌਂਗ ਕੁਐਸਚਨ 'ਚ ਵੀ ਤੁਹਾਡਾ ਕਵਰ ਹੋ ਜਾਊਗਾ। ਜਿਵੇਂ ਇਹਦੇ ਵਿੱਚ ਇਹਨਾਂ ਦਾ ਮਤ ਦਿੱਤਾ ਹੋਇਆ, ਭਾਵ ਕਿ ਤੁਸੀਂ ਕਿਸੇ ਵੀ ਰਾਈਟਰ ਦੀ ਡੈਫੀਨੇਸ਼ਨ ਕਰ ਲੈਣੀ ਆ। ਆਪਾਂ ਇੱਥੇ ਤੱਕ ਕਰਦੇ ਹਾਂ। ਰਾਜਨੀਤੀ ਸਿਧਾਂਤ ਰਾਜਨੀਤਿਕ ਵਿਗਿਆਨ ਦੀ ਇੱਕ ਸ਼ਾਖ ਹੈ। ਠੀਕ ਹੈ, ਰਾਜਨੀਤੀ ਸਿਧਾਂਤ ਦੇ ਅੰਡਰ ਰਾਜ, ਸਰਕਾਰ, ਰਾਜਨੀਤਿਕ ਸੰਸਥਾਵਾਂ ਤੇ ਮਨੁੱਖ ਦਾ ਜਿਹੜਾ ਰਾਜਨੀਤੀ ਪ੍ਰਤੀ ਕੀ ਵਿਵਹਾਰ ਆ, ਕਿਵੇਂ ਦਾ ਬਿਹੇਵੀਅਰ ਆ, ਉਹਦਾ ਸਭ ਦਾ ਡੂੰਘਾ ਅਧਿਐਨ ਹੁੰਦਾ। ਠੀਕ ਹੈ, ਤੇ ਵਿਸ਼ਲੇਸ਼ਣ ਕੀਤਾ ਜਾਂਦਾ ਰਾਜਨੀਤੀ ਸਿਧਾਂਤ ਦੇ ਅੰਡਰ। ਠੀਕ ਹੈ,
ਬਾਕੀ ਤੁਸੀਂ ਪਰਿਭਾਸ਼ਾ ਕਰ ਲੈਣੀ। ਅੱਗੇ ਰਾਣੀ ਸਿਧਾਂਤ ਦੀ ਪਰਿਭਾਸ਼ਾ ਵੀ ਤੁਹਾਨੂੰ ਜਿਹੜੇ ਰਾਈਟਰ ਦੇ ਸੌਖੇ ਲੱਗਦੇ ਤੁਸੀਂ ਉਹਦੀ ਕਰ ਲੈਣੀ ਨੇ। ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਦੇ ਵਿਸ਼ੇ ਵਸਤੂ ਦੇ ਵਿੱਚ ਕੋਈ 2 ਵਿਸ਼ੇ ਕਿਹੜੇ ਸ਼ਾਮਿਲ ਸੀ ਲਿਖਣੇ ਨੇ। ਉਹ ਸੀ ਰਾਜ ਦਾ ਅਧਿਐਨ, ਸਰਕਾਰ ਦਾ ਅਧਿਐਨ। ਆਪਾਂ ਓਪਨ ਕੀਤਾ ਹੀ ਆ, ਹੈ ਨਾ, ਉਹੀ ਟੌਪਿਕ ਵਿੱਚ ਕਵਰ ਹੋ ਜਾਣੇ। ਅੱਗੇ ਹੈ ਰਾਜ ਤੇ ਸਰਕਾਰ ਰਾਣੀ ਸ਼ਾਸਤਰ ਦਾ ਪ੍ਰਮੁੱਖ ਵਿਸ਼ਾ। ਇਹ ਵੀ ਉੱਪਰ ਵਾਲੇ ਹੀ ਦੋਨੇ ਕਵਰ ਹੋ ਰਹੇ ਨੇ ਕੁਐਸਚਨਸ, ਤੁਸੀਂ ਰੀਡ ਕਰ ਸਕਦੇ ਹੋ ਵੀ ਰਾਣੀ ਸ਼ਾਸਤਰ ਦਾ ਪੂਰਾ ਧਿਆਨ ਰਾਜ ਤੇ ਸਰਕਾਰ ਦੇ ਚਾਰੇ ਪਾਸੇ ਘੁੰਮਦਾ। ਰਾਜ ਦੇ ਵਿਅਕਤੀ ਲਈ ਵਿਕਾਸ, ਰਾਜ ਹੀ ਭਾਵ ਕਿ ਜਿਹੜਾ ਵਿਅਕਤੀ ਉਹ ਰਾਜ ਦੇ ਵਿੱਚ ਵਿਕਾਸ ਕਰਨ ਦੇ ਲਈ ਜਿਹੜਾ ਰਾਜ ਜ਼ਰੂਰੀ ਵਾਤਾਵਰਨ ਤਿਆਰ ਕਰਦਾ ਤਾਂ ਕਿ ਮਨੁੱਖ ਵਿਕਾਸ ਕਰ ਸਕੇ। ਤੇ ਇੱਕ ਸੱਭਿਆ ਜੀਵਨ ਦਾ ਨਿਰਮਾਣ ਰਾਜ ਦੇ ਵਿੱਚ ਹੀ ਹੋ ਸਕਦਾ। ਮਨੁੱਖ ਦੇ ਜੀਵਨ ਦੇ ਵਿੱਚ ਇੰਨੀ ਪ੍ਰਮੁੱਖ ਭੂਮਿਕਾ ਨਿਭਾਉਣ ਲਈ ਅਰਥਾਤ ਰਾਜ ਦਾ ਅਧਿਐਨ ਰਾਣੀ ਸਿਧਾਂਤ ਦੇ ਵਿੱਚ ਸੁਭਾਵਿਕ ਮਹੱਤਵ ਗ੍ਰਹਿਣ ਕਰ ਲੈਂਦਾ। ਰਾਜਨੀਤਿਕ ਸਿਧਾਂਤ ਰਾਜ ਦੇ ਪਿਛਲੇ, ਵਰਤਮਾਨ, ਭਵਿੱਖ ਦਾ ਅਧਿਐਨ ਕਰਦਾ ਤੇ ਇਸ ਤੱਥ ਦੀ ਵੀ ਜਾਂਚ ਕਰਦਾ ਕਿ ਰਾਜ ਕਿਸ ਸੀਮਾ ਤੱਕ ਮਨੁੱਖ ਦੇ ਵਿਕਾਸ ਵਿੱਚ ਸਹਾਇਕ ਸਿੱਧ ਹੁੰਦਾ। ਅੱਗੇ ਰਾਜਨੀਤਿਕ ਆਧੁਨਿਕ ਰਾਣੀ ਸ਼ਾਸਤਰ ਦੀਆਂ ਸੀਮਾਵਾਂ, ਇਹ ਤੁਸੀਂ ਰੀਡ ਕਰ ਲੈਣੀਆਂ ਨੇ। ਸਮੱਸਿਆਵਾਂ ਕਿਹੜੀਆਂ ਨੇ। ਨੈਕਸਟ ਹੈਗਾ ਰਾਣੀ ਸ਼ਾਸਤਰ ਦਾ ਪਰੰਪਰਾਗਤ ਅਧਿਐਨ। ਰਾਣੀ ਸ਼ਾਸਤਰ ਦਾ ਪਰੰਪਰਾਗਤ ਅਰਥ ਕੀ ਹੈ। ਹਾਂਜੀ, ਰਾਜਨੀਤੀ ਸ਼ਾਸਤਰ ਦੇ ਸੰਬੰਧ ਦੇ ਵਿੱਚ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ, 20ਵੀਂ ਸਦੀ ਦੇ ਆਰੰਭ ਦੇ ਵਿੱਚ ਜਿਹੜੇ ਦ੍ਰਿਸ਼ਟੀਕੋਣ ਅਪਣਾਏ ਗਏ ਸੀ, ਜਿਹੜਾ ਵਿਊ ਅਪਣਾਇਆ ਗਿਆ ਸੀ, ਉਹਨੂੰ ਪਰੰਪਰਾਵਾਦੀ ਦ੍ਰਿਸ਼ਟੀਕੋਣ ਕਹਿੰਦੇ ਨੇ। ਠੀਕ ਹੈ, ਪਰੰਪਰਾਵਾਦੀ ਦ੍ਰਿਸ਼ਟੀਕੋਣ ਭਾਵ ਕਿ 20ਵੀਂ ਸਦੀ ਦੇ ਆਰੰਭ ਦੇ ਵਿੱਚ ਰਾਜ ਦੇ ਪ੍ਰਤੀ, ਠੀਕ ਹੈ, ਰਾਜਨੀਤੀ ਸ਼ਾਸਤਰ ਦੇ ਸੰਬੰਧ ਦੇ ਵਿੱਚ ਜਿਹੜੇ ਦ੍ਰਿਸ਼ਟੀਕੋਣ ਅਪਣਾਏ ਗਏ ਸੀ ਉਹਨੂੰ ਆਪਾਂ ਕੀ ਕਹਿੰਦੇ ਆ, ਪਰੰਪਰਾਵਾਦੀ ਦ੍ਰਿਸ਼ਟੀਕੋਣ। ਤੇ ਪਰੰਪਰਾਵਾਦੀ ਵਿਦਵਾਨਾਂ ਨੇ ਕੀ ਕੀਤਾ ਸੀ ਕਿ ਰਾਜਨੀਤੀ ਦਾ ਇੱਕ ਸੁਤੰਤਰ ਵਿਸ਼ੇ ਦੇ ਰੂਪ ਦੇ ਵਿੱਚ ਵਿਕਾਸ ਕੀਤਾ। ਭਾਵ ਕਿ ਪਰੰਪਰਾਵਾਦੀ ਜਿਹੜੇ ਵਿਦਵਾਨ ਸੀ ਉਹਨਾਂ ਨੇ ਰਾਜਨੀਤੀ ਨੂੰ ਇੱਕ ਸੁਤੰਤਰ ਵਿਸ਼ੇ ਦੇ ਰੂਪ ਦੇ ਵਿੱਚ ਮੰਨਿਆ। ਠੀਕ ਹੈ, ਤੇ ਉਹਨਾਂ ਨੇ ਕਿਹਾ ਹੈ ਕਿ ਦਰਸ਼ਨ ਸ਼ਾਸਤਰ, ਇਤਿਹਾਸ, ਸਮਾਜ ਸ਼ਾਸਤਰ ਆਦਿ ਵਿਸ਼ਿਆਂ ਦੀ ਸ਼ਾਖਾ ਮੰਨਣ ਤੋਂ ਇਨਕਾਰ ਕੀਤਾ। ਭਾਵ ਕਿ ਉਹਨਾਂ ਨੇ ਪਰੰਪਰਾਵਾਦੀ ਦ੍ਰਿਸ਼ਟੀਕੋਣਾਂ ਨੇ ਦਰਸ਼ਨ ਸ਼ਾਸਤਰ, ਇਤਿਹਾਸ, ਸਮਾਜ ਸ਼ਾਸਤਰ ਨਾਲ ਜਿਹੜਾ ਰਾਜਨੀਤੀ ਦਾ ਸੰਬੰਧ ਨਹੀਂ ਮੰਨਿਆ। ਠੀਕ ਹੈ, ਉਹਦੀ ਸ਼ਾਖਾ ਇਹਨੂੰ ਨਹੀਂ ਮੰਨਿਆ। ਤੇ ਪਰੰਪਰਾਵਾਦੀ ਦ੍ਰਿਸ਼ਟੀਕੋਣ ਦੇ ਜਿਹੜੇ ਸਮਰਥਕ ਸੀ ਵਿਦਵਾਨਾਂ ਨੇ ਰਸਮੀ ਰਾਜਨੀਤਿਕ ਸੰਸਥਾਵਾਂ ਜਿਵੇਂ ਕਿ ਰਾਜ, ਸਰਕਾਰ, ਕਾਨੂੰਨ ਆਦਿ ਅਧਿਐਨ ਨੂੰ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਵਸਤੂ ਮੰਨਿਆ। ਠੀਕ ਹੈ, ਅੱਗੇ ਹੈਗਾ ਰਾਜਨੀਤੀ ਦੇ ਪਰੰਪਰਾਵਾਦਕ ਤੇ ਆਧੁਨਿਕ ਦ੍ਰਿਸ਼ਟੀਕੋਣ ਵਿੱਚ ਅੰਤਰ ਦੱਸਣਾ। ਹਾਂਜੀ, ਇਹਦੇ ਵਿੱਚ ਹੈ ਰਾਜਨੀਤੀ ਸੰਬੰਧੀ ਪਰੰਪਰਾਵਾਦੀ ਦ੍ਰਿਸ਼ਟੀਕੋਣ ਆਦਰਸ਼ਵਾਦੀ ਹੈ, ਜਦਕਿ ਆਧੁਨਿਕ ਕੀ ਆ, ਪ੍ਰਯੋਗਵਾਦੀ ਆ। ਰਾਜਨੀਤੀ ਸੰਬੰਧੀ ਪੋਲਿਟੀ ਸੰਬੰਧੀ ਪਰੰਪਰਾਵਾਦੀ ਦ੍ਰਿਸ਼ਟੀਕੋਣ ਤਾਂ ਆਦਰਸ਼ਵਾਦੀ ਹੈ ਤੇ ਆਧੁਨਿਕ ਕੀ ਆ, ਪ੍ਰਯੋਗਵਾਦੀ ਹੈ। ਤੇ ਪਰੰਪਰਾਵਾਦੀ ਦ੍ਰਿਸ਼ਟੀਕੋਣ ਪਹਿਲਾਂ ਤੋਂ ਹੀ ਨਿਰਧਾਰਿਤ ਕਦਰਾਂ ਕੀਮਤਾਂ ਤੇ ਆਧਾਰਿਤ ਹੈ, ਜਦਕਿ ਆਧੁਨਿਕ ਦ੍ਰਿਸ਼ਟੀਕੋਣ ਕਦਰਾਂ ਕੀਮਤਾਂ ਤੋਂ ਮੁਕਤ ਹੈ। ਠੀਕ ਹੈ, ਇਹ ਫਰਕ ਹੈ। ਪਰੰਪਰਾਵਾਦੀ ਆਦਰਸ਼ਵਾਦੀ ਹੈ, ਆਧੁਨਿਕ ਪ੍ਰਯੋਗਵਾਦੀ ਹੈ। ਪਰੰਪਰਾਵਾਦੀ ਪਹਿਲਾਂ ਤੋਂ ਹੀ ਕਦਰਾਂ ਕੀਮਤਾਂ ਤੇ ਜਿਹੜੇ ਨਿਰਧਾਰਿਤ ਨੇ, ਠੀਕ ਹੈ, ਉਹਨਾਂ ਨੂੰ ਮੰਨਦਾ, ਬਟ ਆਧੁਨਿਕ ਕਦਰਾਂ ਕੀਮਤਾਂ ਤੋਂ ਮੁਕਤ ਹੈ। ਅੱਗੇ ਨੈਕਸਟ ਚੈਪਟਰ ਹੈ ਰਾਜਨੀਤੀ ਸ਼ਾਸਤਰ ਦਾ ਹੋਰ ਸਮਾਜ ਸ਼ਾਸਤਰਾਂ ਨਾਲ ਜਿਹੜਾ ਕਿ ਸੰਬੰਧ, ਜਿਵੇਂ ਇਤਿਹਾਸ ਨਾਲ ਸੰਬੰਧ। ਇਹ ਕੁਐਸਚਨ ਕਰਦਾ ਜਿਹੜਾ ਆਇਆ ਹੋਇਆ ਰਾਜਨੀਤਿਕ ਵਿਗਿਆਨ ਤੇ ਇਤਿਹਾਸ ਵਿੱਚ ਅੰਤਰ ਦੱਸਣਾ। ਹਾਂਜੀ, ਅੰਤਰ ਤੇ ਇਹਨਾਂ ਦੇ ਵਿੱਚ ਡੂੰਘਾ ਸੰਬੰਧ ਵੀ, ਇਹ ਦੋਨੇ ਕੁਐਸਚਨ ਪੜ੍ਹਨੇ ਆਪਾਂ। ਰਾਜਨੀਤਿਕ ਵਿਗਿਆਨ ਇਤਿਹਾਸ ਦੇ ਵਿੱਚ ਡੂੰਘੇ ਸੰਬੰਧ ਨੇ। ਰਾਜਨੀਤੀ ਵਿਗਿਆਨ ਰਾਜ ਅਤੇ ਹੋਰ ਸੰਸਥਾਵਾਂ ਦੇ ਜਦੋਂ ਅਤੀਤ ਦਾ ਅਧਿਐਨ ਕਰਦੀ ਹੈ ਤਾਂ ਕਿਹਦੇ ਵਿੱਚ, ਜਦੋਂ ਅਤੀਤ ਦਾ ਅਧਿਐਨ ਕਰਦੇ ਤਾਂ ਉਹਨੂੰ ਕਿਹਦੇ ਤੇ ਡਿਪੈਂਡ ਹੋਣਾ ਪੈਂਦਾ, ਅਤੀਤ ਭਾਵ ਕਿ ਲੰਘ ਚੁੱਕਿਆ, ਬੀਤ ਚੁੱਕੇ ਗਏ ਸਮੇਂ ਦੇ ਵਿੱਚ ਅਧਿਐਨ ਕਰਦੇ ਤਾਂ ਉਹਨੂੰ ਕਿਤੇ ਡਿਪੈਂਡ ਹੋਣਾ ਪੈਂਦਾ, ਇਤਿਹਾਸ ਤੇ। ਜਿਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਦਾ ਇਤਿਹਾਸ ਨਾਲ ਡੂੰਘਾ ਸੰਬੰਧ ਹੈ। ਠੀਕ ਹੈ, ਤੇ ਇਤਿਹਾਸ ਰਾਜਨੀਤਿਕ ਵਿਗਿਆਨ ਦਾ ਇੱਕ ਸਿੱਖਿਅਕ ਹੈ। ਇਤਿਹਾਸ ਵੀ ਰਾਜਨੀਤੀ ਸ਼ਾਸਤਰ ਦੇ ਅਧਿਐਨ ਤੋਂ ਬਹੁਤ ਕੁਝ ਪ੍ਰਾਪਤ ਕਰਦਾ ਤੇ ਰਾਜਨੀਤੀ ਸ਼ਾਸਤਰ ਵੀ ਇਤਿਹਾਸ ਤੋਂ ਬਹੁਤ ਕੁਝ ਪ੍ਰਾਪਤ ਕਰਦੀ ਹੈ। ਤੇ ਅੱਜ ਦੀ ਰਾਜਨੀਤੀ ਕੱਲ੍ਹ ਦਾ ਇਤਿਹਾਸ ਬਣਦੀ ਹੈ। ਅੱਗੇ ਹੈਗਾ ਇਹਨਾਂ ਦੇ ਵਿੱਚ ਅੰਤਰ ਕੀ ਹੈ। ਪਹਿਲਾ, ਇਤਿਹਾਸ ਦਾ ਖੇਤਰ ਰਾਜਨੀਤੀ ਸ਼ਾਸਤਰ ਤੋਂ ਵਿਸ਼ਾਲ ਹੈ। ਇਤਿਹਾਸ ਦਾ ਖੇਤਰ ਹੈ ਜਿਹੜਾ ਰਾਜਨੀਤੀ ਸ਼ਾਸਤਰ ਦੇ ਨਾਲੋਂ ਵੱਡਾ, ਵਿਸ਼ਾਲ ਆ, ਕਿਉਂਕਿ ਇਤਿਹਾਸ ਦੇ ਵਿੱਚ ਹਰੇਕ ਘਟਨਾ ਦਾ ਵਰਣਨ ਹੁੰਦਾ ਹੈ, ਜਦਕਿ ਰਾਜਨੀਤੀ ਸ਼ਾਸਤਰ ਦੇ ਵਿੱਚ ਸਿਰਫ ਰਾਜਨੀਤਿਕ ਘਟਨਾਵਾਂ ਦਾ ਵਰਣਨ ਹੁੰਦਾ। ਠੀਕ ਆ, ਪੋਲਿਟੀ ਦੇ ਵਿੱਚ ਸਿਰਫ ਪੋਲੀਟਿਕਸ ਦੇ ਨਾਲ ਸੰਬੰਧਿਤ ਗੱਲਾਂ ਹੁੰਦੀਆਂ ਨੇ, ਜਦੋਂ ਇਤਿਹਾਸ ਦੇ ਵਿੱਚ ਹਰ ਇੱਕ ਘਟਨਾ ਦਾ ਵਰਣਨ ਹੁੰਦਾ ਜਿਹੜੀ ਪਾਸਟ ਦੇ ਵਿੱਚ ਬੀਤ ਚੁੱਕੀ ਹੈ। ਤੇ ਰਾਜਨੀਤੀ ਵਿਗਿਆਨ ਭੂਤ, ਵਰਤਮਾਨ ਤੇ ਭਵਿੱਖ ਨਾਲ ਸੰਬੰਧਿਤ ਹੈ, ਜਦੋਂ ਕਿ ਇਤਿਹਾਸ ਕੇਵਲ ਕਿਹਦੇ ਨਾਲ ਸੰਬੰਧਿਤ ਹੈ, ਜਿਹੜਾ ਬੀਤ ਚੁੱਕਿਆ ਸਮਾਂ, ਅਤੀਤ ਨਾਲ, ਭੂਤਕਾਲ ਨਾਲ ਸੰਬੰਧਿਤ ਹੈ। ਅੱਗੇ ਹੈਗਾ ਰਾਜਨੀਤੀ ਵਿਗਿਆਨ ਦਾ ਅਰਥ ਸ਼ਾਸਤਰ। ਠੀਕ ਹੈ, ਸਮਾਜ ਵਿਗਿਆਨ ਵਾਲਾ ਤੇ ਅਰਥ ਸ਼ਾਸਤਰ ਆਪਾਂ ਦੋਨੋਂ ਦੇਖਦੇ ਹਾਂ, ਕਿਉਂਕਿ ਇਹ ਤੁਹਾਨੂੰ ਲੌਂਗ ਦੇ ਵਿੱਚ ਵੀ ਕੰਮ ਆਉਣਗੇ ਕੁਐਸਚਨ। ਠੀਕ ਹੈ, ਹਾਂਜੀ, ਰਾਜਨੀਤੀ ਸ਼ਾਸਤਰ ਸਮਾਜ ਸ਼ਾਸਤਰ ਦੇ ਵਿੱਚ ਡੂੰਘਾ ਸੰਬੰਧ ਹੈ। ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਦੇ ਲਈ ਨੀਂਹ ਦਾ ਕੰਮ ਕਰਦਾ। ਸਮਾਜ ਸ਼ਾਸਤਰ, ਸੋਸ਼ੀਓਲੋਜੀ ਰਾਜਨੀਤੀ ਸ਼ਾਸਤਰ ਦੇ ਲਈ ਕੀ ਕੰਮ ਕਰਦੀ, ਇੱਕ ਨੀਂਹ ਦੀ ਤਰ੍ਹਾਂ ਕੰਮ ਕਰਦੀ ਹੈ।
ਤੇ ਇਸ ਦਾ ਨਿਯਮ ਰਾਜਨੀਤੀ ਸ਼ਾਸਤਰ ਦੇ ਸਿਧਾਂਤਾਂ ਨੂੰ ਸਮਝਣ ਦੇ ਲਈ ਸਹਾਇਕ ਹੈ। ਰਾਜਨੀਤੀ ਸ਼ਾਸਤਰ ਨੂੰ ਰਾਜ ਨਾਲ ਸੰਬੰਧਿਤ ਹਰੇਕ ਜਾਣਕਾਰੀ ਕਿਤੋਂ ਮਿਲਦੀ ਹੈ? ਰਾਜਨੀਤੀ ਸ਼ਾਸਤਰ ਤੋਂ ਮਿਲਦੀ ਹੈ। ਤੇ ਰਾਜਨੀਤੀ ਸ਼ਾਸਤਰ ਸਮਾਜ ਸ਼ਾਸਤਰ ਦੇ ਇੱਕ ਅੰਗ ਹੈ, ਜਿਸ ਦੇ ਬਿਨਾਂ ਸਮਾਜ ਸ਼ਾਸਤਰ ਦੀ ਵਿਸ਼ਾ ਸਮੱਗਰੀ ਪੂਰੀ ਨਹੀਂ ਹੋ ਸਕਦੀ। ਅੱਗੇ ਹੈਗਾ ਰਾਜਨੀਤੀ ਵਿਗਿਆਨ ਤੇ ਅਰਥ ਸ਼ਾਸਤਰ ਦੇ ਵਿੱਚ ਸੰਬੰਧ, ਇਕਨੋਮਿਕਸ ਦੇ ਵਿੱਚ ਸੰਬੰਧ। ਹਾਂਜੀ, ਰਾਜਨੀਤਿਕ ਸੰਸਥਾਵਾਂ ਦਾ ਨਿਕਾਸ ਵਿਕਾਸ ਆਰਥਿਕ ਹਾਲਾਤਾਂ ਦਾ ਹੀ ਸਿੱਟਾ ਹੁੰਦਾ। ਰਾਜਨੀਤਿਕ ਕੋਈ ਸੰਸਥਾ, ਉਹਦਾ ਨਿਕਾਸ ਤੇ ਉਹਦਾ ਵਿਕਾਸ ਕਿਹਦੇ ਤੇ ਡਿਪੈਂਡ ਹੁੰਦਾ? ਇਕਨੋਮਿਕਲ, ਠੀਕ ਹੈ, ਜਿਹੜੇ ਸਿਚੁਏਸ਼ਨਸ ਨੇ, ਜਿਹੜੇ ਹਾਲਾਤ ਨੇ, ਸਰਕਮਟੈਂਸ ਨੇ, ਠੀਕ ਹੈ, ਉਹਨਾਂ ਤੇ ਹੀ ਨਤੀਜਾ ਹੁੰਦਾ ਉਹਨਾਂ ਦਾ ਹੀ। ਤੇ ਆਰਥਿਕ ਖੇਤਰ ਦੇ ਵਿੱਚ ਪਰਿਵਰਤਨ ਆਉਣ ਤੇ ਰਾਜਨੀਤਿਕ ਖੇਤਰ ਦੇ ਵਿੱਚ ਵੀ ਪਰਿਵਰਤਨ ਆਉਣਾ ਲਾਜ਼ਮੀ ਹੈ। ਤੇ ਰਾਜ ਵੱਲੋਂ ਜਿਹੜੀਆਂ ਨੀਤੀਆਂ ਅਪਣਾਈਆਂ ਗਈਆਂ ਨੇ ਤੇ ਉਹਨਾਂ ਦਾ ਆਰਥਿਕ ਹਾਲਤਾਂ ਦਾ ਹੀ ਸਿੱਟਾ ਹੁੰਦੇ ਨੇ। ਭਾਵ ਕਿ ਜੇ ਰਾਜ ਨੇ ਕੁਛ ਰਣਨੀਤੀਆਂ ਤਿਆਰ ਕੀਤੀਆਂ ਨੇ ਪੈਸੇ ਨਾਲ ਸੰਬੰਧਿਤ, ਠੀਕ ਹੈ, ਜੇ ਆਰਥਿਕ ਖੇਤਰ ਦੇ ਵਿੱਚ ਕੁਛ ਪਰਿਵਰਤਨ ਆਊਗਾ ਕਿ ਨੈਚੁਰਲੀ ਫਿਰ ਰਾਜ ਦੇ ਜਿਹੜੇ ਡਿਸੀਜ਼ਨ ਨੇ ਉਹਨਾਂ ਤੇ ਵੀ ਫਰਕ ਪਊਗਾ, ਠੀਕ ਹੈ। ਤੇ ਇਹੀ ਚੀਜ਼ ਹੈ। ਤੇ ਰਾਜਨੀਤਿਕ ਸੰਗਠਨ ਦਾ ਦੇਸ਼ ਦੀ ਅਰਥ ਵਿਵਸਥਾ ਤੇ ਡੂੰਘਾ ਪ੍ਰਭਾਵ ਪੈਂਦਾ। ਸ਼ਾਸਨ ਵਿਵਸਥਾ ਜਦ ਕਿ ਮਜ਼ਬੂਤ ਤੇ ਸ਼ਕਤੀਸ਼ਾਲੀ ਹੁੰਦੀ ਹੈ ਤੇ ਉੱਥੋਂ ਦੀ ਜਨਤਾ ਦੀ ਆਰਥਿਕ ਅਵਸਥਾ ਚੰਗੀ ਹੁੰਦੀ ਹੈ। ਇਤਿਹਾਸ ਨਾਲ ਇਹ ਆਪਾਂ ਕਰ ਚੁੱਕੇ ਹਾਂ, ਠੀਕ ਹੈ, ਕੁਐਸਚਨ ਹੋ ਚੁੱਕਿਆ। ਇਹਦੀ ਦੇਣ, ਅਰਥ ਸ਼ਾਸਤਰ ਰਾਜਨੀਤੀ ਸ਼ਾਸਤਰ ਨੂੰ ਕੀ ਯੋਗਦਾਨ ਹੈ, ਠੀਕ ਹੈ, ਕੀ ਦੇਣ ਹੈ? ਤਾਂ ਆਰਥਿਕ ਸਮੱਸਿਆਵਾਂ ਆਦਮੀ ਦੀ ਰਾਜਨੀਤਿਕ ਸੰਸਥਾਵਾਂ ਨੂੰ ਪ੍ਰਭਾਵਿਤ ਕਰਦੀਆਂ ਨੇ, ਠੀਕ ਹੈ। ਰਾਜਨੀਤਿਕ ਸੰਸਥਾਵਾਂ ਦਾ ਨਿਕਾਸ ਵਿਕਾਸ ਕਿਹਨਾਂ ਦਾ ਸਿੱਟਾ? ਆਰਥਿਕ ਵਿਵਸਥਾਵਾਂ ਦਾ ਹੀ ਸਿੱਟਾ। ਵਿਅਕਤੀਵਾਦ, ਸਮਾਜਵਾਦ, ਸਾਮਵਾਦ ਤੇ ਆਰਥਿਕ ਸਿਧਾਂਤ ਨੇ ਇਹ, ਠੀਕ ਹੈ। ਮੁੱਖ ਤੌਰ ਤੇ ਇਹ ਆਰਥਿਕ ਸਿਧਾਂਤ ਨੇ। ਵਿਅਕਤੀਵਾਦ, ਸਮਾਜਵਾਦ, ਸਾਮਵਾਦ, ਇਹ ਕਿਹੜੇ ਸਿਧਾਂਤ ਨੇ? ਆਰਥਿਕ ਸਿਧਾਂਤ ਨੇ। ਪਰ ਇਹਨਾਂ ਦਾ ਅਧਿਐਨ ਰਾਜਨੀਤੀ ਸ਼ਾਸਤਰ ਦੇ ਵਿੱਚ ਵੀ ਕੀਤਾ ਜਾਂਦਾ, ਕਿਉਂਕਿ ਇਹਨਾਂ ਆਰਥਿਕ ਸਿਧਾਂਤਾਂ ਨੇ ਹੀ ਰਾਜ ਦੇ ਢਾਂਚੇ ਨੂੰ ਬਦਲਿਆ ਹੋਇਆ, ਠੀਕ ਹੈ। ਭਾਵ ਕਿ ਸਮਾਜਵਾਦ ਕੀ ਕਹਿੰਦਾ, ਵਿਅਕਤੀਵਾਦ ਕੀ ਕਹਿੰਦਾ, ਉਹ ਸਾਰਾ ਕਿਹਦੇ ਨੂੰ ਚੀਜ਼ ਨੂੰ ਲੈ ਕੇ ਆ? ਆਰਥਿਕ, ਠੀਕ ਹੈ, ਇਕਨੋਮਿਕਲ ਪੱਖ ਨੂੰ ਹੀ ਲੈ ਕੇ ਵਿਊ ਦਿੱਤੇ ਜਾਂਦੇ ਨੇ। ਜਿਸ ਕਰਕੇ ਆਪਾਂ ਕਹਿ ਸਕਦੇ ਕਿ ਆਰਥਿਕ ਸਿਧਾਂਤ ਆ ਜਿਹੜੇ ਕਿ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਨੇ ਤੇ ਆਰਥਿਕਤਾ ਹੀ ਰਾਜਸੀ ਪਰਿਵਰਤਨ ਦਾ ਕਾਰਨ ਹੁੰਦਾ। ਅੱਗੇ ਇਹ ਅੰਤਰ ਵਾਲਾ ਵੀ, ਠੀਕ ਹੈ, ਤੁਸੀਂ ਰੀਡ ਕਰ ਲੈਣਾ, ਕੋਈ ਇੰਨਾ ਟਫ ਨਹੀਂ ਹੈਣਗੇ ਇਹ। ਤੇ ਅੱਗੇ ਆਪਾਂ ਦੇਖਦੇ ਹਾਂ ਇਤਿਹਾਸ ਦੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣਾ। ਇਹ ਵੀ ਉਹੀ ਗੱਲ ਹੋ ਗਈ ਜਿਹੜਾ ਆਪਾਂ ਕਰ ਚੁੱਕਿਆ ਕੁਐਸਚਨ, ਠੀਕ ਹੈ। ਉਹੀ ਸਾਰੇ ਪੁਆਇੰਟ ਘੁੰਮਣਗੇ ਹੁਣ ਵੀ ਰਾਜਨੀਤੀ ਸ਼ਾਸਤਰ ਦੇ ਵਿੱਚ ਰਾਜ ਤੇ ਹੋਰ ਸੰਸਥਾਵਾਂ ਦੇ ਭੂਤਕਾਲ ਦਾ ਜਦੋਂ ਅਧਿਐਨ ਕਰਦਾ ਤਾਂ ਉਹਨੂੰ ਕਿਹਦੇ ਤੇ ਨਿਰਭਰ ਹੋਣਾ ਪੈਂਦਾ? ਇਤਿਹਾਸ ਤੇ, ਠੀਕ ਹੈ। ਭਾਵ ਕਿ ਜੇ ਕੋਈ ਪੋਲੀਟੀਕਲ ਸਿਸਟਮ ਹੈ, ਉਹਨੇ ਪਹਿਲਾਂ ਵਾਲੀ ਕੋਈ ਰਾਜਨੀਤੀ ਬਾਰੇ ਅਧਿਐਨ ਕਰਨਾ ਹੈ, ਜਾਂ ਹੁਣ ਜਿਵੇਂ ਆਪਾਂ ਕਿਸੇ ਜਿਹੜੇ ਅਕਬਰ ਨੇ ਜਿਹੜਾ ਸ਼ਾਸਨ ਪ੍ਰਬੰਧ ਲਾਗੂ ਕੀਤਾ ਸੀ, ਉਹਨੂੰ ਆਪਾਂ ਦੇਖਦੇ ਉਹਦੇ ਵਿੱਚ ਕੀ ਗੁੱਡ ਕੁਆਲਿਟੀਜ਼ ਸੀ, ਜਾਂ ਸ਼ੇਰਸ਼ਾਹ ਸੂਰੀ ਦੇ ਕੀ ਗੁੱਡ ਕੁਆਲਿਟੀਜ਼ ਸੀ। ਤਾਂ ਆਪਾਂ ਨੂੰ ਕਿਹਦੇ ਤੇ ਡਿਪੈਂਡ ਹੋਣਾ ਪੈ ਰਿਹਾ ਰਾਜਨੀਤੀ ਚਲਾਉਣ ਦੇ ਲਈ? ਆਪਾਂ ਜੇ ਸੋਚੀਏ, ਠੀਕ ਹੈ, ਤਾਂ ਉਹ ਆਪਾਂ ਜਦੋਂ ਉਹਨਾਂ ਦਾ ਅਧਿਐਨ ਕਰਦੇ ਤਾਂ ਆਪਾਂ ਨੂੰ ਪਾਸਟ ਤੇ ਡਿਪੈਂਡ ਹੋਣਾ ਪੈ ਰਿਹਾ, ਇਤਿਹਾਸ ਤੇ ਡਿਪੈਂਡ ਹੋਣਾ ਪੈ ਰਿਹਾ, ਠੀਕ ਹੈ। ਇਹੀ ਚੀਜ਼ ਇਹਦੇ ਵਿੱਚ ਹੈਗੀ ਆ। ਰਾਜਨੀਤਿਕ ਸੰਸਥਾਵਾਂ ਨੂੰ ਸਮਝਣ, ਉਹਨਾਂ ਦੇ ਭੂਤ ਨੂੰ ਜਾਣਨਾ ਜ਼ਰੂਰੀ ਹੈ ਤੇ ਇਤਿਹਾਸ ਦੇ ਦੁਆਰਾ ਹੀ ਉਹਨਾਂ ਦੇ ਭੂਤ ਨੂੰ, ਭਾਵ ਕਿ ਬੀਤ ਚੁੱਕੇ ਸਮੇਂ ਨੂੰ ਜਾਣਿਆ ਜਾਂਦਾ। ਅੱਗੇ ਹੈਗੇ ਰਾਜਨੀਤੀ ਸ਼ਾਸਤਰ ਦੀ ਅਰਥ ਸ਼ਾਸਤਰ ਨੂੰ ਕੀ ਦੇਣਾ। ਹਾਂਜੀ, ਅਰਥ ਸ਼ਾਸਤਰ ਦੇ ਅਧਿਐਨ ਦੇ ਵਿੱਚ ਰਾਜਨੀਤੀ ਸ਼ਾਸਤਰ ਤੋਂ ਬਹੁਤ ਸਹਾਇਤਾ ਮਿਲਦੀ ਹੈ। ਰਾਜਸੀ ਸੰਗਠਨ ਦਾ ਦੇਸ਼ ਦੀ ਅਰਥ ਵਿਵਸਥਾ ਉੱਤੇ ਅਸਰ ਪੈਂਦਾ। ਸ਼ਾਸਨ ਪ੍ਰਬੰਧ ਜੇ ਦ੍ਰਿੜ ਤੇ ਸ਼ਕਤੀਸ਼ਾਲੀ ਹੈ ਤਾਂ ਉੱਥੋਂ ਦੀ ਜਨਤਾ ਵੀ ਆਰਥਿਕ ਹਾਲਤ ਦੀ ਹੋਊਗੀ। ਭਾਵ ਕਿ ਜੇ ਸ਼ਾਸਨ ਪ੍ਰਬੰਧ ਦ੍ਰਿੜ ਹੈ ਤਾਂ ਉੱਥੋਂ ਦੀ ਜਨਤਾ ਦਾ ਆਰਥਿਕ ਹਾਲਤ ਵੀ ਚੰਗੇ ਹੋਣਗੇ। ਤੇ ਆਰਥਿਕ ਦਿਸ਼ਾਵਾਂ ਦਾ ਹੀ ਨਹੀਂ ਸਗੋਂ ਸਰਕਾਰ ਦੀਆਂ ਨੀਤੀਆਂ ਦਾ ਵੀ ਆਰਥਿਕ ਪ੍ਰਬੰਧ ਉੱਤੇ ਅਸਰ ਪੈਂਦਾ, ਠੀਕ ਹੈ। ਤੇ ਸਰਕਾਰ ਪੂੰਜੀਵਾਦੀ ਤੇ ਸਾਮਵਾਦ ਨੂੰ ਅਪਣਾ ਕੇ ਦੇਸ਼ ਦੇ ਆਰਥਿਕ ਪ੍ਰਬੰਧ ਨੂੰ ਵੀ ਬਦਲ ਸਕਦੀ ਹੈ। ਭਾਵ ਕਿ ਜਿਹੜੇ ਕੋਈ ਇਹ ਚੀਜ਼ਾਂ ਪਾਲਿਸੀਜ਼ ਜਾਂ ਅਪਣਾਉਣਗੇ ਤਾਂ ਉਹਦੇ ਨਾਲ ਆਰਥਿਕ ਪ੍ਰਬੰਧ ਵੀ ਚੇਂਜ ਹੋਊਗਾ। ਸਮਾਜ ਸ਼ਾਸਤਰੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣਾ। ਇਹ ਵੀ ਉਹੀ ਕੁਐਸਚਨ ਆ ਜਿਹੜਾ ਆਪਾਂ ਪਹਿਲਾਂ ਸੰਬੰਧਾਂ ਵਾਲਾ ਕੀਤਾ, ਬਸ ਉਹੀ ਇਹਨੂੰ ਘੁਮਾਇਆ ਹੋਇਆ ਕੁਐਸਚਨ ਨੂੰ। ਰਾਜਨੀਤੀ ਸ਼ਾਸਤਰ, ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਲਈ ਨੀਂਹ ਦਾ ਕੰਮ ਕਰਦਾ। ਬਿਨਾਂ ਸਮਾਜ ਸ਼ਾਸਤਰ ਦੇ ਅਧਿਐਨ ਤੋਂ ਰਾਜਨੀਤੀ ਦੇ ਸਿਧਾਂਤ ਨੇ ਜਿਹੜਾ ਉਹਨਾਂ ਨੂੰ ਸਮਝਣਾ ਮੁਸ਼ਕਲ ਹੈ। ਤੇ ਰਾਜ ਦੇ ਕਾਨੂੰਨ ਉਸ ਵੇਲੇ ਹੀ ਸਫਲ ਹੋ ਸਕਦੇ ਨੇ ਜਦ ਕਾਨੂੰਨ ਲੋਕਾਂ ਦੇ ਰਸਮਾਂ ਰਿਵਾਜਾਂ ਅਨੁਸਾਰ ਬਣਾਏ ਜਾਣਗੇ। ਜੇ ਰਾਜ ਦੇ ਕਾਨੂੰਨ ਉਸ ਵੇਲੇ ਦੇ ਜਿਹੜੇ ਕਿ ਕਾਨੂੰਨ ਰੀਤੀ ਰਿਵਾਜਾਂ ਅਨੁਸਾਰ ਨਾ ਬਣਾਏ ਜਾਣ ਤਾਂ ਉਹ ਸਫਲ ਨਹੀਂ ਹੋ ਸਕਦੇ, ਠੀਕ ਹੈ। ਵੀ ਕਾਨੂੰਨ ਸਫਲ ਤਾਂ ਹੀ ਹੋਣਗੇ ਜੇ ਉਸ ਸਮੇਂ ਦੇ ਸਮਾਜ ਦੇ ਵਿੱਚ ਕਿਵੇਂ ਦੇ ਰਸਮੀ ਰਿਵਾਜ ਨੇ ਉਹਨਾਂ ਦੇ ਅਕੋਰਡਿੰਗ ਹੋਣਗੇ। ਜੇ ਉਹਨਾਂ ਦੇ ਅਕੋਰਡਿੰਗ ਨਹੀਂ ਹੈਗੇ ਤਾਂ ਉਹ ਸਫਲ ਨਹੀਂ ਹੋਣਗੇ। ਰਾਜ ਦੀ ਉਤਪਤੀ, ਰਾਜ ਦਾ ਵਿਕਾਸ, ਲੋਕ ਰਾਏ, ਦਲ ਪ੍ਰਣਾਲੀ, ਇਹਨੂੰ ਸਮਝਣ ਦੇ ਵਿੱਚ ਸਮਾਜ ਸ਼ਾਸਤਰ ਦੀ ਬਹੁਤ ਦੇਣ ਹੈ। ਇਹਨਾਂ ਦੇ ਵਿੱਚ ਖੇਤਰ ਦਾ ਅੰਤਰ ਹੈ, ਠੀਕ ਹੈ। ਤੇ ਰਾਜਨੀਤੀ ਸ਼ਾਸਤਰ ਦਾ ਸਮਾਜ ਸ਼ਾਸਤਰ ਨਾਲੋਂ ਘੇਰਾ ਸੰਕੁਚਿਤ, ਭਾਵ ਕਿ ਘੱਟ ਹੈ। ਤੇ ਕਿਹੜੇ ਵਿਦਵਾਨ ਨੇ ਸਭ ਤੋਂ ਪਹਿਲਾਂ ਰਾਜਨੀਤੀ ਸ਼ਾਸਤਰ ਨੂੰ ਨੀਤੀ ਸ਼ਾਸਤਰ ਤੋਂ ਅਲੱਗ ਕੀਤਾ ਸੀ? ਉਹ ਸੀ ਮੈਕਾਵਲੀ ਨੇ ਸਭ ਤੋਂ ਪਹਿਲਾਂ ਰਾਜਨੀਤੀ ਨੂੰ ਨੀਤੀ ਸ਼ਾਸਤਰ ਤੋਂ ਅਲੱਗ ਕੀਤਾ। ਅੱਗੇ 3rd ਚੈਪਟਰ ਹੈਗਾ ਤੁਹਾਡਾ ਆਧੁਨਿਕ ਰਾਜ ਦੀ ਧਾਰਨਾ, ਜਿਹਦੇ ਵਿੱਚ ਰਾਜ ਸ਼ਬਦ ਦਾ ਮੂਲ ਅਰਥ ਕੀ ਹੈ।
हाँ जी, राज शब्द ਨੂੰ अंग्रेजी ਵਿੱਚ ਸਟੇਟ ਕਿਹਾ ਜਾਂਦਾ ਹੈ ਤੇ ਸਟੇਟ ਸ਼ਬਦ ਆ ਜਿਹੜੇ ਕਿ ਲਤੀਨੀ ਭਾਸ਼ਾ ਦੇ ਸ਼ਬਦ ਸਟੇਟਸ ਤੋਂ ਲਿਆ ਗਿਆ। ਲਤੀਨੀ ਭਾਸ਼ਾ ਦਾ ਜਿਹੜਾ ਸ਼ਬਦ ਹੈ ਸਟੇਟਸ, ਉਹ ਤੋਂ ਲਿਆ ਗਿਆ ਸਟੇਟ ਸ਼ਬਦ। ਤੇ ਸਟੇਟਸ ਦਾ ਅਰਥ ਕੀ ਹੈ? ਵਿਅਕਤੀ ਦਾ ਸਮਾਜਿਕ ਪੱਧਰ। ਸਟੇਟਸ ਦਾ ਅਰਥ ਕੀ ਹੈ? ਸਟੇਟਸ ਦਾ ਅਰਥ ਹੈ ਵਿਅਕਤੀ ਦਾ ਸਮਾਜਿਕ ਪੱਧਰ। ਠੀਕ ਹੈ, ਸਟੇਟਸ ਦਾ ਅਰਥ ਹੈ ਵਿਅਕਤੀ ਦਾ ਸਮਾਜਿਕ ਪੱਧਰ। ਤੇ ਮੈਕਾਵਲੀ ਨੇ ਰਾਜ ਦੀ ਵਰਤੋਂ, ਰਾਜ ਸ਼ਬਦ ਦੀ ਵਰਤੋਂ ਰਾਸ਼ਟਰ ਰਾਜ ਲਈ ਕੀਤੀ। ਮੈਕਾਵਲੀ ਨੇ ਰਾਜ ਸ਼ਬਦ ਦੀ ਵਰਤੋਂ ਰਾਸ਼ਟਰ ਰਾਜ ਦੇ ਲਈ ਕੀਤੀ ਹੈ। ਤੇ ਮੈਕਾਵਲੀ ਦੇ ਅਨੁਸਾਰ ਇਹ ਸਭ ਸ਼ਕਤੀਆਂ ਜਿਨ੍ਹਾਂ ਨੂੰ ਲੋਕਾਂ ਉੱਤੇ ਅਧਿਕਾਰ ਸੀ ਰਾਜ ਹੁੰਦੇ ਨੇ ਤੇ ਉਹ ਰਾਜਤੰਤਰੀ ਹੈ ਜਾਂ ਗਣਤੰਤਰੀ ਹੁੰਦੇ ਨੇ। ਅੱਗੇ ਹੈਗਾ ਰਾਜ ਦਾ ਕਿਹੜਾ ਤੱਤ ਸਭ ਤੋਂ ਮਹੱਤਵਪੂਰਨ ਹੈ? ਹਾਂਜੀ, ਰਾਜ ਦਾ ਸਭ ਤੋਂ ਮਹੱਤਵਪੂਰਨ ਜ਼ਰੂਰੀ ਤੱਤਾਂ ਦੇ ਵਿੱਚੋਂ ਜ਼ਰੂਰੀ ਤੱਤ ਹੈਗਾ ਪ੍ਰਭੂ ਸੱਤਾ। ਪ੍ਰਭੂ ਸੱਤਾ ਦਾ ਰਾਜ ਸਭ ਤੋਂ ਪ੍ਰਭੂ ਸੱਤਾ ਜਿਹੜਾ ਕੀ ਹੈਗਾ ਤੱਤ, ਇਹ ਰਾਜ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ। ਪ੍ਰਭੂ ਸੱਤਾ ਰਾਜ ਦਾ ਪ੍ਰਮਾਣ ਹੁੰਦਾ, ਜਿਸ ਦੇ ਕੋਲ ਪ੍ਰਭੂ ਸੱਤਾ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਕਿ ਇਹ ਰਾਜ ਹੈ। ਤੇ ਪ੍ਰਭੂ ਸੱਤਾ ਦਾ ਅਰਥ ਕੀ ਹੈ? ਰਾਜ ਦੀ ਸਰਵਉੱਚ ਸ਼ਕਤੀ। ਰਾਜ ਕੋਲ ਸਰਵਉੱਚ ਅਧਿਕਾਰ ਹੁੰਦੇ ਨੇ ਤੇ ਕੋਈ ਵੀ ਉਸਦੇ ਵਿਰੁੱਧ ਆਵਾਜ਼ ਨਹੀਂ ਚੁੱਕ ਸਕਦਾ ਜਿਸ ਦੇ ਕੋਲ ਪ੍ਰਭੂ ਸੱਤਾ ਹੁੰਦੀ। ਠੀਕ ਹੈ, ਨੈਕਸਟ ਅੱਗੇ ਕੁਐਸਚਨ ਹੈਗਾ ਰਾਜ ਦੀ ਡਾਕਟਰ ਗਾਰਨਰ ਨੇ ਕੀ ਪਰਿਭਾਸ਼ਾ ਦਿੱਤੀ? ਤੁਸੀਂ ਪਰਿਭਾਸ਼ਾਵਾਂ ਸਭ ਦੀ ਯਾਦ ਕਰ ਲੈਣੀਆਂ। ਅੱਗੇ ਰਾਜ ਦੇ ਜ਼ਰੂਰੀ ਤੱਤ ਤਾਂ ਹੁਣ ਲੌਂਗ ਕੁਐਸਚਨ 'ਚ ਵੀ ਵੈਰੀ ਇੰਪੋਰਟੈਂਟ ਆ। ਵਸੋਂ, ਨਿਸ਼ਚਿਤ ਭੂਮੀ, ਸਰਕਾਰ, ਪ੍ਰਭੂ ਸੱਤਾ। ਤਾਂ ਵਸੋਂ ਕੀ ਹੁੰਦੀ ਹੈ? ਜਨਸੰਖਿਆ। ਰਾਜ ਦੇ ਲਈ ਵਸੋਂ ਹੋਣਾ ਜ਼ਰੂਰੀ ਹੈ, ਜੇ ਵਸੋਂ ਹੀ ਨਹੀਂ ਹੋਊਗੀ ਤਾਂ ਰਾਜ ਕਿੱਥੋਂ ਹੋਊਗਾ? ਠੀਕ ਹੈ, ਵਸੋਂ ਕਾਫੀ ਹੋਣੀ ਚਾਹੀਦੀ ਹੈ। ਤੇ ਨਿਸ਼ਚਿਤ ਭੂਮੀ, ਜਦੋਂ ਤੱਕ ਮਨੁੱਖ ਦਾ ਸਮੂਹ ਕਿਸੇ ਨਿਸ਼ਚਿਤ ਭੂਮੀ ਤੇ ਨਹੀਂ ਵਸੂਗਾ ਤਾਂ ਉੱਥੇ ਰਾਜ ਦਾ ਹੋ ਹੀ ਨਹੀਂ ਸਕਦਾ, ਰਾਜ ਬਣ ਹੀ ਨਹੀਂ ਸਕਦਾ। ਠੀਕ ਹੈ, ਤਾਂ ਨਿਸ਼ਚਿਤ ਭੂਮੀ ਹੋਣੀ ਜ਼ਰੂਰੀ ਹੈ। ਸਰਕਾਰ, ਹੁਣ ਬਿਨਾਂ ਸਰਕਾਰ ਦੇ ਜਨਤਾ ਦੇ ਸਮੂਹ ਜਿਹੜੇ ਕਿ ਰਾਜ ਦੀ ਸਥਾਪਨਾ ਨਹੀਂ ਕਰ ਸਕਦੀ, ਭਾਵ ਕਿ ਸਰਕਾਰ ਹੋਣੀ ਜ਼ਰੂਰੀ ਹੈ ਜਿਹੜੀ ਜਨਤਾ ਨੂੰ ਕੰਟਰੋਲ ਕਰ ਸਕੇ। ਠੀਕ ਹੈ, ਜਨਤਾ ਦਾ ਇੱਕ ਵਿਕਾਸ ਕਰ ਸਕੇ। ਪ੍ਰਭੂ ਸੱਤਾ ਰਾਜ ਦੀ ਆਤਮਾ ਤੇ ਇਸ ਦੇ ਬਿਨਾਂ ਰਾਜ ਦੀ ਸਥਾਪਨਾ ਨਹੀਂ ਹੋ ਸਕਦੀ। ਇਹ ਜ਼ਰੂਰੀ ਤੱਤ ਆ। ਅੱਗੇ ਹੈਗਾ ਕਿ ਸਿੱਕਮ ਇੱਕ ਰਾਜ ਹੈ? ਸਿੱਕਮ ਰਾਜ ਨਹੀਂ ਹੈ। ਸਿੱਕਮ ਭਾਰਤੀ ਸੰਘ ਦਾ ਇੱਕ ਅੰਗ ਹੈ। ਸਿੱਕਮ ਹੈ ਜਿਹੜਾ ਭਾਰਤੀ ਸੰਘ ਹੈ ਜਿਹੜਾ, ਠੀਕ ਹੈ, ਉਹਦਾ ਇੱਕ ਅੰਗ ਹੈ ਤੇ ਭਾਰਤ ਇੱਕ ਰਾਜ ਹੈ ਤੇ ਸਿੱਕਮ ਉਹਦਾ ਇੱਕ ਪ੍ਰਾਂਤ ਹੈ। ਪ੍ਰਾਂਤ ਭਾਵ ਕਿ ਇੱਕ ਸਟੇਟ ਹੈ। ਠੀਕ ਹੈ, ਸਿੱਕਮ। ਠੀਕ ਹੈ, ਭਾਰਤ ਇੱਕ ਰਾਜ ਹੈ ਤੇ ਸਿੱਕਮ ਕੋਲ ਪ੍ਰਭੂ ਸੱਤਾ ਨਹੀਂ ਹੈ ਜੋ ਕਿ ਰਾਜ ਦੀ ਆਤਮਾ। ਸਿੱਕਮ ਦੇ ਕੋਲ ਪ੍ਰਭੂ ਸੱਤਾ ਨਹੀਂ ਹੈਗੀ ਜਿਸ ਕਰਕੇ ਉਹਨੂੰ ਆਪਾਂ ਇੱਕ ਰਾਜ ਨਹੀਂ ਕਹਿ ਸਕਦੇ, ਜਿਹੜੀ ਕਿ ਰਾਜ ਦੀ ਆਤਮਾ ਹੁੰਦਾ ਪ੍ਰਭੂ ਸੱਤਾ ਤੱਤ। ਠੀਕ ਹੈ, ਅੱਗੇ ਹੈਗਾ ਕਿ ਰਾਸ਼ਟਰ ਮੰਡਲ ਇੱਕ ਰਾਜ ਹੈ? ਹਾਂਜੀ, ਰਾਸ਼ਟਰ ਮੰਡਲ ਰਾਜ ਨਹੀਂ ਹੈ ਕਿਉਂਕਿ ਇਸ ਦੀ ਨਾ ਤਾਂ ਵਸੋਂ ਹੈ, ਨਾ ਭੂ ਭਾਗ ਆ ਤੇ ਨਾ ਭੂ ਭਾਗ ਕਿ ਨਾ ਤਾਂ ਭੂਮੀ ਹੈ, ਨਾ ਕੋਈ ਸਰਕਾਰ ਆ। ਤੇ ਇਸ ਮੰਡਲ ਦੇ ਮੈਂਬਰ ਪ੍ਰਭੂ ਸੱਤਾ ਸੰਪੰਨ ਰਾਜ ਹੁੰਦੇ ਨੇ। ਇਸ ਲਈ ਇਸ ਮੰਡਲ ਕੋਲੋਂ ਪ੍ਰਭੂ ਸੱਤਾ ਨਾ ਹੋਣ ਦਾ ਸਵਾਲ ਹੀ ਨਹੀਂ ਪੈਦਾ ਨਹੀਂ ਹੁੰਦਾ। ਰਾਸ਼ਟਰ ਮੰਡਲ ਦਾ ਮੈਂਬਰ ਜਦੋਂ ਚਾਹੇ ਰਾਸ਼ਟਰ ਮੰਡਲ ਨੂੰ ਛੱਡ ਸਕਦਾ, ਇਸ ਲਈ ਇਸ ਨੂੰ ਰਾਜ ਨਹੀਂ ਕਿਹਾ ਜਾ ਸਕਦਾ। ਅਗਲਾ ਹੈਗਾ ਕਿ ਸੰਯੁਕਤ ਰਾਸ਼ਟਰ ਰਾਜ ਹੈ? ਸੰਯੁਕਤ ਰਾਸ਼ਟਰ ਰਾਜ ਸੰਘ ਨਹੀਂ ਹੈ। ਸੰਯੁਕਤ ਰਾਸ਼ਟਰ ਸੰਘ ਰਾਜ ਨਹੀਂ ਹੈਗਾ। ਠੀਕ ਹੈ, ਇੱਕ ਰਾਜ ਦੇ ਮੈਂਬਰ ਅਪ੍ਰਭੂ ਵਿਅਕਤੀ ਹੁੰਦੇ ਨੇ। ਠੀਕ ਹੈ, ਇੱਕ ਰਾਜ ਦੇ ਵਿਅਕਤੀ ਅਪ੍ਰਭੂ ਵਿਅਕਤ ਹੁੰਦੇ ਨੇ, ਪਰ ਸੰਯੁਕਤ ਰਾਸ਼ਟਰ ਸੰਘ ਦੇ ਮੈਂਬਰ ਤਾਂ ਪ੍ਰਭੂ ਸੱਤਾ ਸੰਪੰਨ ਰਾਜ ਹੁੰਦੇ ਨੇ। ਠੀਕ ਹੈ, ਤਾਂ ਸੰਯੁਕਤ ਰਾਸ਼ਟਰ ਰਾਜ ਨਹੀਂ ਹੈਗਾ ਕਿਉਂਕਿ ਸੰਯੁਕਤ ਰਾਸ਼ਟਰ ਕੋਲ ਕੀ ਨਹੀਂ ਹੈਗਾ? ਪ੍ਰਭੂ ਸੱਤਾ ਨਹੀਂ ਹੈਗੀ। ਅੱਗੇ ਹੈਗਾ ਰਾਜ ਨਿਰਮਾਣ ਲਈ ਕਿੰਨਾ ਭੂ ਖੇਤਰ ਚਾਹੀਦਾ? ਹਾਂਜੀ, ਰਾਜ ਦੇ ਨਿਰਮਾਣ ਲਈ ਕਿੰਨਾ ਭੂ ਖੇਤਰ ਚਾਹੀਦਾ? ਇਹਦਾ ਕੋਈ ਨਿਸ਼ਚਿਤ ਉੱਤਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਵਰਤਮਾਨ ਸਮੇਂ ਦੇ ਵਿੱਚ ਵੱਡੇ ਤੋਂ ਵੱਡੇ, ਛੋਟੇ ਤੋਂ ਛੋਟੇ ਰਾਜ ਨੇ। ਭੂ ਖੇਤਰ ਦੇ ਸੰਬੰਧ ਦੇ ਵਿੱਚ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਰਾਜ ਦੇ ਭੂ ਖੇਤਰ ਤੇ ਜਨਸੰਖਿਆ ਦੇ ਵਿੱਚ ਅਨੁਪਾਤ ਸਹੀ ਹੋਣਾ ਚਾਹੀਦਾ। ਠੀਕ ਹੈ, ਭੂ ਖੇਤਰ ਇੰਨਾ ਵੱਡਾ ਨਹੀਂ ਹੋਣਾ ਚਾਹੀਦਾ ਕਿ ਉਹਦੀ ਰੱਖਿਆ ਨਾ ਕੀਤੀ ਜਾ ਸਕੇ, ਨਾ ਹੀ ਇੰਨਾ ਛੋਟਾ ਹੋਣਾ ਚਾਹੀਦਾ ਕਿ ਲੋਕਾਂ ਦਾ ਗੁਜ਼ਾਰਾ ਵੀ ਨਾ ਹੋ ਸਕੇ, ਭਾਵ ਕਿ ਸੰਤੁਲਨ ਹੋਣਾ ਚਾਹੀਦਾ ਇਸ ਦੇ ਵਿੱਚ। ਅੱਗੇ ਹੈਗਾ ਕਿ ਪੰਜਾਬ ਤੇ UNO ਰਾਜ ਨੇ? ਹਾਂਜੀ, ਪੰਜਾਬ ਰਾਜ ਨਹੀਂ ਹੈ। ਪੰਜਾਬ ਭਾਰਤੀ ਸੰਘ ਦਾ ਹੀ ਇੱਕ ਅੰਗ ਹੈ ਤੇ ਭਾਰਤ ਇੱਕ ਰਾਜ ਹੈ ਤੇ ਪੰਜਾਬ ਉਸ ਦਾ ਇੱਕ ਪ੍ਰਾਂਤ ਹੈ। ਜਿਵੇਂ ਸਿੱਕਮ ਬਾਰੇ ਸੀ ਉਵੇਂ ਇਹਦੇ ਬਾਰੇ ਲਿਖਣਾ। ਤੇ ਪੰਜਾਬ ਦੀ ਵਸੋਂ ਤਾਂ ਹੈ ਪਰ ਉਹਦੇ ਨਾਗਰਿਕ ਨਾ ਹੋ ਕੇ, ਭਾਵ ਕਿ ਪੰਜਾਬ ਦੇ ਨਾਗਰਿਕ ਨਾ ਹੋ ਕੇ ਕਿਹਦੇ ਨਾਗਰਿਕ ਹੁੰਦੇ ਨੇ? ਉਹ ਭਾਰਤ ਦੇ ਨਾਗਰਿਕ ਹੁੰਦੇ ਨੇ। ਤੇ ਪੰਜਾਬ ਦੀ ਸਰਕਾਰ ਤਾਂ ਹੈ ਪਰ ਪੰਜਾਬ ਨਾ ਤਾਂ ਅੰਦਰੂਨੀ ਤੇ ਨਾ ਹੀ ਬਾਹਰਲੇ ਹਮਲਿਆਂ ਦੇ ਵਿੱਚ ਸੁਤੰਤਰ ਹੈ। ਪੰਜਾਬ ਕੋਲ ਪ੍ਰਭੂ ਸੱਤਾ ਨਹੀਂ ਜੋ ਕਿ ਰਾਜ ਦੀ ਆਤਮਾ ਹੈ। UNO ਤਾਂ ਇਹਦੇ ਲਈ ਆਪਾਂ 7th ਵਾਲਾ ਆਨਸਰ ਹੈ। ਠੀਕ ਹੈ, ਇਹ ਅੱਗੇ ਹੈਗਾ ਰਾਜ ਦੇ ਨਿਰਮਾਣ ਲਈ ਕਿੰਨੀ ਜਨਸੰਖਿਆ ਦੀ ਜ਼ਰੂਰਤ ਹੈ? ਹਾਂਜੀ, ਇਹ ਵੀ ਆਪਾਂ ਪਿੱਛੇ ਜਿਵੇਂ ਡਿਸਕਸ ਕਰ ਲਿਆ ਉਹੀ ਹੋ ਗਿਆ। ਠੀਕ ਹੈ, ਇਹ ਤੁਸੀਂ ਰੀਡ ਕਰ ਲੈਣਾ।
2015 ਦੇ ਵਿੱਚ ਆਇਆ ਹੋਇਆ। ਅੱਗੇ ਹੈਗਾ 4th ਚੈਪਟਰ ਰਾਜ ਤੇ ਸਰਕਾਰ ਤੇ ਰਾਜ ਤੇ ਸਮਾਜ ਦੇ ਵਿੱਚ ਅੰਤਰ। ਹਾਂਜੀ, ਰਾਜ ਤੇ ਸਰਕਾਰ ਦੇ ਵਿੱਚ 2 ਅੰਤਰ ਜਾਂ 4 ਅੰਤਰ। ਰਾਜ ਅਮੂਰਤ ਹੈ, ਸਰਕਾਰ ਮੂਰਤ ਹੈ। ਠੀਕ ਹੈ, ਮੂਰਤ ਹੈ। ਰਾਜ ਸਥਾਈ ਹੈ, ਸਰਕਾਰ ਅਸਥਾਈ ਹੈ, ਕਿਉਂਕਿ 5 ਸਾਲ ਬਾਅਦ ਉਹਨੇ ਇਲੈਕਸ਼ਨ ਹੁੰਦੇ ਨੇ। ਵੈਸੇ ਵੀ ਸਰਕਾਰ ਨੂੰ ਜਿਹੜੇ ਕਿ ਡਿਸਮਿਸ ਕੀਤਾ ਜਾ ਸਕਦਾ ਹੁੰਦਾ, ਭੰਗ ਕੀਤਾ ਜਾਣਾ ਹੁੰਦਾ, ਸਮੇਂ ਤੋਂ ਪਹਿਲਾਂ ਕੀਤਾ ਜਾ ਸਕਦਾ ਹੁੰਦਾ। ਰਾਜ ਕੋਲ ਪ੍ਰਭੂਸੱਤਾ, ਸਰਕਾਰ ਦੇ ਕੋਲ ਪ੍ਰਭੂਸੱਤਾ ਨਹੀਂ ਹੈਗੀ। ਰਾਜ ਦੀ ਮੈਂਬਰੀ ਜ਼ਰੂਰੀ ਹੁੰਦੀ ਹੈ ਪਰ ਸਰਕਾਰ ਦੀ ਮੈਂਬਰੀ ਕੋਈ ਜ਼ਰੂਰੀ ਨਹੀਂ ਹੁੰਦੀ। ਅੱਗੇ ਹੈ ਅਗਲਾ ਹੈਗਾ ਰਾਜ ਤੇ ਸਮੁਦਾਇ ਵਿੱਚ 2 ਅੰਤਰ। ਰਾਜ ਕੋਲ ਪ੍ਰਭੂਸੱਤਾ ਜਦਕਿ ਸਮੁਦਾਇ ਕੋਲ ਨਹੀਂ। ਰਾਜ ਦੀ ਮੈਂਬਰੀ ਲਾਜ਼ਮੀ ਹੈ ਜਦਕਿ ਸਮੁਦਾਇ ਦੀ ਮੈਂਬਰੀ ਲਾਜ਼ਮੀ ਨਹੀਂ। ਅਗਲਾ ਹੈਗਾ ਕਿ ਸੰਘ ਦੀਆਂ ਇਕਾਈਆਂ ਨੂੰ ਰਾਜ ਕਿਹਾ ਜਾ ਸਕਦਾ। ਸੰਖੇਪ ਦੇ ਵਿੱਚ ਲਿਖਣਾ। ਹਾਂਜੀ, ਰਾਜਨੀਤੀ ਸ਼ਾਸਤਰ ਇਤਿਹਾਸ ਦੇ ਆਧਾਰ ਤੇ ਸੰਘ ਦੇ ਜਿਹੜੇ ਇਕਾਈਆਂ ਨੇ ਉਹ ਰਾਜ ਨਹੀਂ ਹੈਗੀ। ਇਸ ਦਾ ਕਾਰਨ ਹੈ ਕਿ ਇਹਨਾਂ ਇਕਾਈਆਂ ਕੋਲ ਰਾਜ ਦੇ 4 ਜ਼ਰੂਰੀ ਤੱਤ ਨਹੀਂ ਹੈਗੇ। ਅੱਗੇ ਸਮਾਜ ਦਾ ਅਰਥ, ਇਹਨਾਂ ਦੀ ਪਰਿਭਾਸ਼ਾ ਤੁਸੀਂ ਯਾਦ ਕਰ ਲੈਣੀਆਂ ਨੇ। ਨੈਕਸਟ ਹੈਗਾ ਰਾਜ ਤੇ ਸਮਾਜ ਦੇ ਵਿੱਚ ਅੰਤਰ। ਰਾਜ ਤੇ ਸਮਾਜ ਦੇ ਵਿੱਚ ਅੰਤਰ। ਸਮਾਜ ਦੀ ਉਤਪਤੀ ਰਾਜ ਤੋਂ ਪਹਿਲਾਂ ਹੋਈ ਹੈ। ਠੀਕ ਹੈ, ਸਮਾਜ ਦੀ ਉਤਪਤੀ, ਰਾਜ ਮਤਲਬ ਭਾਵ ਕਿ ਬਾਅਦ ਦੇ ਵਿੱਚ ਬਣਿਆ, ਪਹਿਲਾਂ ਸਮਾਜ ਬਣਿਆ। ਤੇ ਸਮਾਜ ਦਾ ਜਨਮ ਮਨੁੱਖ ਦੇ ਜਨਮ ਦੇ ਨਾਲ ਹੀ ਹੋਇਆ, ਪਰੰਤੂ ਰਾਜ ਦੀ ਸਥਾਪਨਾ ਉਸ ਸਮੇਂ ਦੇ ਵਿੱਚ ਹੋਈ ਜਦੋਂ ਸਮਾਜ ਨੂੰ ਸੋਚਿਆ ਗਿਆ ਕਿ ਇਹਨੂੰ ਰਾਜਨੀਤਿਕ ਤੌਰ ਤੇ ਸੰਗਠਿਤ ਕੀਤਾ ਜਾਵੇ। ਤੇ ਸਮਾਜ ਦਾ ਉਦੇਸ਼ ਰਾਜ ਦੇ ਉਦੇਸ਼ਾਂ ਦੇ ਨਾਲੋਂ ਵਿਆਪਕ ਆ, ਵੱਡਾ। ਠੀਕ ਹੈ, ਸਮਾਜ ਦਾ ਉਦੇਸ਼, ਸਮਾਜ ਆਪਣੇ ਮੈਂਬਰਾਂ ਦੇ ਜੀਵਨ ਦਾ ਪੂਰਾ ਵਿਕਾਸ ਹਰ ਦ੍ਰਿਸ਼ਟੀ ਨਾਲ ਕਰਨਾ ਚਾਹੁੰਦਾ, ਪਰ ਰਾਜ ਦਾ ਸੰਬੰਧ ਜ਼ਿਆਦਾਤਰ ਨਾਗਰਿਕ ਦੇ ਰਾਜਨੀਤਿਕ ਜੀਵਨ ਨਾਲ ਹੈ। ਪ੍ਰਭੂਸੱਤਾ ਰਾਜ ਦੇ ਕੋਲ ਹੁੰਦੀ ਹੈ, ਸਮਾਜ ਦੇ ਕੋਲ ਨਹੀਂ। ਰਾਜ ਦਾ ਖੇਤਰ ਨਿਸ਼ਚਿਤ ਹੁੰਦਾ, ਸਮਾਜ ਦਾ ਨਹੀਂ। ਅੱਗੇ ਹੈਗਾ ਜੀ ਰਾਜ ਸਥਾਈ ਹੈ ਜਾਂ ਅਸਥਾਈ। ਇਸ ਵਾਕ ਦਾ ਕੀ ਭਾਵ ਹੈ? ਰਾਜ ਸਥਾਈ ਹੈ, ਪਰਿਵਰਤਨਸ਼ੀਲ ਨਹੀਂ। ਰਾਜ ਦਾ ਅੰਤ ਤਾਂ ਹੀ ਹੁੰਦਾ ਜੇ ਰਾਜ ਕੋਲ ਪ੍ਰਭੂ ਸ਼ਕਤੀ ਲਈ ਜਾਂਦੀ ਹੈ, ਪਰ ਸਰਕਾਰ ਪਰਿਵਰਤਨਸ਼ੀਲ ਹੁੰਦੀ ਹੈ। ਸਰਕਾਰ ਬਦਲਣ ਤੋਂ ਰਾਜ ਦਾ ਅੰਤ ਨਹੀਂ ਹੁੰਦਾ, ਭਾਵ ਕਿ ਸਰਕਾਰ ਬਦਲਦੀ ਰਹਿੰਦੀ ਹੈ ਬਟ ਰਾਜ ਦਾ ਅੰਤ ਨਹੀਂ ਹੁੰਦਾ। ਪ੍ਰਭੂਸੱਤਾ ਦਾ ਆਂਤਰਿਕ ਪੱਖ ਕੀ ਹੈ? ਅੰਦਰਲੀ ਪ੍ਰਭੂਸੱਤਾ ਦਾ ਅਰਥ ਇਹ ਹੈ ਕਿ ਰਾਜ ਦਾ ਆਪਣੇ ਦੇਸ਼ ਦੇ ਅੰਦਰ ਰਹਿਣ ਵਾਲੇ ਵਿਅਕਤੀਆਂ, ਸੰਸਥਾਵਾਂ, ਸਮੁਦਾਵਾਂ ਅਰਥਾਤ ਹਰ ਚੀਜ਼ ਉੱਤੇ ਪੂਰਨ ਅਧਿਕਾਰ ਹੁੰਦਾ। ਉਹ ਹੁੰਦੀ ਹੈ ਅੰਦਰੂਨੀ ਪ੍ਰਭੂਸੱਤਾ। ਬਾਹਰੀ ਪ੍ਰਭੂਸੱਤਾ, ਇਸ ਪ੍ਰਭੂਸੱਤਾ ਦੇ ਕਿਸਮਾਂ ਨੇ ਬਾਹਰੀ ਤੇ ਅੰਦਰੂਨੀ। ਬਾਹਰੀ ਪ੍ਰਭੂਸੱਤਾ ਦਾ ਅਰਥ ਹੈ ਕਿ ਰਾਜ ਦੇ ਬਾਹਰ ਕੋਈ ਸੰਸਥਾ ਜਾਂ ਸ਼ਕਤੀ ਨਹੀਂ ਹੋਣੀ ਚਾਹੀਦੀ ਜੋ ਰਾਜ ਨੂੰ ਕਿਸੇ ਹੋਰ ਦੀ ਆਗਿਆ ਦਾ ਪਾਲਣ ਕਰਨ ਲਈ ਮਜਬੂਰ ਕਰੇ। ਠੀਕ ਹੈ, ਰਾਜ ਪੂਰੀ ਤਰ੍ਹਾਂ ਸੁਤੰਤਰ ਹੋਵੇ, ਭਾਵ ਕਿ ਰਾਜ ਦੇ ਬਾਹਰ ਕੋਈ ਸੰਸਥਾ ਜਾਂ ਸ਼ਕਤੀ ਨਹੀਂ ਹੋਣੀ ਚਾਹੀਦੀ ਜੋ ਰਾਜ ਨੂੰ ਕਿਸੇ ਹੋਰ ਦੀ ਆਗਿਆ ਪਾਲਣ ਲਈ ਮਜਬੂਰ ਕਰ ਸਕੇ। ਰਾਜ ਪੂਰੀ ਤਰ੍ਹਾਂ ਸੁਤੰਤਰ ਹੋਵੇ। ਅੱਗੇ ਹੈਗਾ ਰਾਜ ਦੇ ਬਣਨ ਲਈ ਕਿੰਨੀ ਆਬਾਦੀ ਦੀ ਜ਼ਰੂਰਤ ਹੁੰਦੀ ਹੈ। ਰਾਜ ਦੀ ਆਬਾਦੀ ਕਿੰਨੀ ਆਪਾਂ ਕਰ ਚੁੱਕੇ ਹਾਂ, ਕੁਐਸਚਨ ਉਹੀ ਰਿਪੀਟ ਹੋ ਰਿਹਾ ਬਾਰ-ਬਾਰ। ਠੀਕ ਹੈ, ਭਾਵ ਕਿ ਸੰਤੁਲਿਤ ਹੋਣਾ ਚਾਹੀਦਾ। ਅੱਗੇ ਰਾਜ ਦੀ ਉਤਪਤੀ ਦਾ ਸਮਾਜਿਕ ਸਮਝੌਤੇ ਦਾ ਸਿਧਾਂਤ। ਹਾਂਜੀ, ਸਮਾਜਿਕ ਸਮਝੌਤੇ ਦਾ ਸਿਧਾਂਤ ਰਾਜ ਦੀ ਉਤਪਤੀ ਸੰਬੰਧੀ ਸਮਾਜਿਕ ਸਮਝੌਤੇ ਦਾ ਸਿਧਾਂਤ ਇੱਕ ਮਹੱਤਵਪੂਰਨ ਸਿਧਾਂਤ ਹੈ। 17ਵੀਂ ਸਦੀ ਤੇ 18ਵੀਂ ਸਦੀ ਦੇ ਵਿੱਚ ਇਸ ਸਿਧਾਂਤ ਦਾ ਕਾਫੀ ਜ਼ਿਆਦਾ ਪ੍ਰਭਾਵਸ਼ਾਲੀ ਰਿਹਾ। ਇਸ ਸਿਧਾਂਤ ਦਾ ਸੰਬੰਧ ਮੁੱਖ ਤੌਰ ਤੇ 3 ਜਿਹੜੇ ਵਿਚਾਰਕ ਨੇ ਉਹਨਾਂ ਨਾਲ, ਥਾਮਸ ਹੌਬਸ, ਜੌਨ ਲੌਕ, ਰੂਸੋ। ਥਾਮਸ ਹੌਬਸ, ਜੌਨ ਲੌਕ, ਰੂਸੋ ਨਾਲ। ਇਹਨਾਂ ਲੇਖਕਾਂ ਦੇ ਵਿਚਾਰ ਪੂਰੀ ਤਰ੍ਹਾਂ ਆਪਸ 'ਚ ਨਹੀਂ ਮਿਲਦੇ, ਪਰ ਤਿੰਨੇ ਵਿਚਾਰਕ ਇਸ ਗੱਲ ਤੇ ਸਹਿਮਤ ਨੇ ਕਿ ਰਾਜ ਬਣਨ ਤੋਂ ਪਹਿਲਾਂ ਲੋਕ ਪ੍ਰਾਕਿਰਤਿਕ ਅਵਸਥਾ ਦੇ ਵਿੱਚ ਰਹਿੰਦੇ ਸੀ ਤੇ ਲੋਕਾਂ ਨੇ ਆਪਸ ਦੇ ਵਿੱਚ ਸਮਝੌਤਾ ਕਰਕੇ ਪ੍ਰਾਕਿਰਤਿਕ ਅਵਸਥਾ ਨੂੰ ਖਤਮ ਕਰ ਦਿੱਤਾ ਤੇ ਰਾਜ ਦੀ ਉਸਾਰੀ ਕੀਤੀ। ਅਗਲਾ ਹੈਗਾ ਮਨੁੱਖੀ ਸੁਭਾਅ ਬਾਰੇ ਹੌਬਸ ਦੇ ਕੀ ਵਿਚਾਰ ਸੀ। ਹਾਂਜੀ, ਕੀ ਵਿਚਾਰ ਸੀ? ਹੌਬਸ ਦੇ ਅਨੁਸਾਰ ਮਨੁੱਖ ਸਦਾ ਹੀ ਆਪਣੇ ਹਿੱਤ ਦੇ ਲਈ ਕੰਮ ਕਰਦਾ, ਭਾਵ ਮਨੁੱਖ ਸਦਾ ਹੀ ਆਪਣੇ ਹਿੱਤ ਦੇ ਲਈ ਕੰਮ ਕਰਦਾ, ਆਪਣੇ ਆਪ ਲਈ ਕੰਮ ਕਰਦਾ ਤੇ ਮਨੁੱਖ ਸਵਾਰਥੀ ਆ, ਲੋਭੀ ਆ, ਨਿਰਦਈ ਆ ਤੇ ਇੱਕ ਦੂਸਰੇ ਦੇ ਵਿਰੋਧੀ ਹੁੰਦੇ ਨੇ ਮਨੁੱਖ, ਤੇ ਇਹਨਾਂ ਦੇ ਵਿੱਚ ਦਇਆ, ਪ੍ਰੇਮ, ਸਹਿਨ ਸ਼ਕਤੀ, ਸਹਿਯੋਗ ਦੀ ਭਾਵਨਾ ਨਹੀਂ ਪਾਈ ਜਾਂਦੀ। ਹੌਬਸ ਦੇ ਪ੍ਰਕਿਰਤਿਕ ਅਵਸਥਾ ਬਾਰੇ ਕੀ ਵਿਚਾਰ ਸੀ? ਕੁਦਰਤੀ ਅਵਸਥਾ ਬਾਰੇ ਵਿਚਾਰ। ਠੀਕ ਹੈ, ਹੌਬਸ ਦੇ ਅਨੁਸਾਰ ਰਾਜ ਦੇ ਬਣਨ ਤੋਂ ਪਹਿਲਾਂ ਵਿਅਕਤੀ ਕਿਵੇਂ ਦਾ ਸੀ? ਪ੍ਰਕਿਰਤਿਕ ਅਵਸਥਾ ਦੇ ਵਿੱਚ ਰਹਿੰਦਾ ਸੀ। ਮਨੁੱਖੀ ਸੁਭਾਅ ਦੇ ਬਾਰੇ ਹੌਬਸ ਲਿਖਦਾ ਹੈ ਕਿ ਉਹ ਬੜਾ ਸਵਾਰਥੀ ਹੈ ਤੇ ਉਹਦਾ ਸਦਾ ਸਵਾਰਥ ਦੀ ਪੂਰਤੀ ਦੇ ਵਿੱਚ ਹੀ ਉਹ ਆਪਣਾ ਕੰਮ ਕਰਦਾ ਤੇ ਇਸ ਦੇ ਵਿੱਚ ਜੰਗਲ ਦਾ ਨਿਯਮ ਲਾਗੂ ਸੀ, ਜਿਸ ਦੀ ਲਾਠੀ ਉਸ ਦੀ ਮੱਝ। ਠੀਕ ਹੈ, ਤੇ ਇਹ ਵਾਤਾਵਰਨ ਫੈਲਿਆ ਹੋਇਆ ਸੀ। ਹੌਬਸ ਦੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਕਿ ਮਨੁੱਖੀ ਜੀਵਨ ਦਰਿਦਰ, ਅਪਵਿੱਤਰ ਤੇ ਕੁਝ ਪਲਾਂ ਦਾ ਹੁੰਦਾ ਹੈ। ਲੌਕ ਨੇ ਕੁਦਰਤੀ ਅਵਸਥਾ ਬਾਰੇ ਕੀ ਵਿਚਾਰ ਪ੍ਰਗਟ ਕੀਤੇ ਨੇ, ਜਾਂ ਪ੍ਰਕਿਰਤਿਕ ਅਵਸਥਾ ਬਾਰੇ ਲੌਕ ਦੇ ਵਿਚਾਰ। ਹਾਂਜੀ, ਇਹ ਦੇਖੋ ਬਾਰ-ਬਾਰ ਆਏ ਹੋਏ ਨੇ, ਤੁਸੀਂ ਖੁਦ ਦੇਖ ਸਕਦੇ ਹੋ। ਜੌਨ ਲੌਕ ਅਨੁਸਾਰ ਪ੍ਰਕਿਰਤਿਕ ਅਵਸਥਾ ਸ਼ਾਂਤੀ ਤੇ ਸਦਭਾਵ, ਸਹਿਯੋਗ, ਸੁਰੱਖਿਆ ਦੀ ਅਵਸਥਾ ਤੇ ਹਰੇਕ ਮਨੁੱਖ ਆਜ਼ਾਦ ਸੀ, ਆਪਣੇ ਆਪ ਉੱਪਰ ਸ਼ਾਸਨ ਕਰਦਾ ਸੀ, ਪਰ ਵਿਅਕਤੀ ਮਨਮਰਜ਼ੀ ਨਹੀਂ ਸੀ ਕਰਦਾ ਪ੍ਰਕਿਰਤਿਕ ਅਵਸਥਾ ਦੇ ਵਿੱਚ। ਠੀਕ ਹੈ, ਆਪਣੇ ਆਪ ਉੱਪਰ ਸ਼ਾਸਨ ਹੁੰਦਾ ਸੀ, ਹਰੇਕ ਮਨੁੱਖ ਆਜ਼ਾਦ ਸੀ, ਆਪਣੇ ਆਪ 'ਤੇ ਸ਼ਾਸਨ ਕਰਦਾ ਸੀ
ਪਰ ਉਹ ਵਿਅਕਤੀ ਜਿਹੜੇ ਕਿ ਆਪਣੀ ਮਰਜ਼ੀ ਨਹੀਂ ਸੀ ਕਰਦਾ। ਲੋਕ ਸੁਖੀ ਸੀ ਤੇ ਇੱਕ ਦੂਜੇ ਨਾਲ ਲੜਾਈ ਝਗੜੇ ਨਹੀਂ ਸੀ। ਪ੍ਰਕਿਰਤਿਕ ਅਵਸਥਾ ਵਿੱਚ ਲੋਕ ਕੁਦਰਤੀ ਕਾਨੂੰਨਾਂ ਦੇ ਅਨੁਸਾਰ ਕੰਮ ਕਰਦੇ ਸੀ। ਇਸ ਆਧਾਰ ਤੇ ਉਹਨਾਂ ਨੂੰ ਜੀਵਨ, ਆਜ਼ਾਦੀ ਤੇ ਸੰਪत्ति ਦੇ ਕੁਦਰਤੀ ਅਧਿਕਾਰ ਪ੍ਰਾਪਤ ਸਨ। ਤੇ ਸਮਾਜਿਕ ਸਮਝੌਤੇ ਦੇ ਬਾਰੇ ਲੌਕ ਦੇ ਕੀ ਵਿਚਾਰ ਸੀ? ਜੌਨ ਲੌਕ ਦਾ ਕਹਿਣਾ ਕਿ ਪ੍ਰਕਿਰਤਿਕ ਅਵਸਥਾ ਦੀ ਔਕੜਾਂ ਤੋਂ ਛੁਟਕਾਰਾ ਪਾਉਣ ਦੇ ਲਈ ਲੋਕਾਂ ਨੇ ਆਪਸ ਦੇ ਵਿੱਚ ਸਮਝੌਤਾ ਕੀਤਾ। ਜੌਨ ਲੌਕ ਕੀ ਕਹਿੰਦਾ ਹੈ ਸਮਾਜਿਕ ਸਮਝੌਤੇ ਬਾਰੇ ਕਿ ਪ੍ਰਕਿਰਤਿਕ ਅਵਸਥਾ ਦੇ ਵਿੱਚ ਜਿਹੜੇ ਔਕੜਾਂ ਸੀ, ਮੁਸੀਬਤਾਂ ਸੀ, ਮੁਸ਼ਕਲਾਂ ਸੀ, ਉਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਲੋਕਾਂ ਨੇ ਆਪਸ ਦੇ ਵਿੱਚ ਸਮਝੌਤਾ ਕੀਤਾ। ਤੇ ਲੌਕ ਦੇ ਅਨੁਸਾਰ ਜਿਹੜੇ ਕਿ ਦੋ ਸਮਝੌਤੇ ਹੋਏ ਨੇ। ਇੱਕ ਸਮਝੌਤਾ ਜਿਹਦੇ ਦੁਆਰਾ ਲੋਕਾਂ ਨੇ ਸਮਾਜ ਦੀ ਸਥਾਪਨਾ ਕੀਤੀ। ਦੂਜਾ ਸਮਝੌਤਾ ਰਾਜਨੀਤਿਕ ਸਮਝੌਤਾ ਸੀ, ਸ਼ਾਸਕੀ ਸਮਝੌਤਾ, ਜਿਹਦੇ ਅਨੁਸਾਰ ਸ਼ਾਸਕਾਂ ਨੂੰ ਰਾਜ ਦਾ ਅਧਿਕਾਰ ਮਿਲਿਆ ਸੀ। ਅੱਗੇ ਹੈਗਾ ਲੌਕ ਦੇ ਅਨੁਸਾਰ ਸਮਾਜਿਕ ਸਮਝੌਤੇ ਦੀਆਂ ਵਿਸ਼ੇਸ਼ਤਾਵਾਂ। ਹਾਂਜੀ, ਜੌਨ ਲੌਕ ਦੇ ਅਨੁਸਾਰ ਪ੍ਰਕਿਰਤਿਕ ਅਵਸਥਾ ਦੀਆਂ ਔਕੜਾਂ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੇ ਆਪਸ ਦੇ ਵਿੱਚ ਸਮਝੌਤਾ ਕੀਤਾ। ਲੌਕ ਦੇ ਅਨੁਸਾਰ ਦੋ ਸਮਝੌਤੇ ਹੋਏ। ਇੱਕ ਸਮਝੌਤਾ ਸਮਾਜ ਦੀ ਸਥਾਪਨਾ, ਦੂਜਾ ਰਾਜਨੀਤਿਕ ਜਾਂ ਸ਼ਾਸਕੀ ਸਮਝੌਤਾ ਸੀ, ਜਿਹਦੇ ਅਨੁਸਾਰ ਸ਼ਾਸਕਾਂ ਨੂੰ ਰਾਜ ਦਾ ਅਧਿਕਾਰ ਮਿਲਿਆ। ਸਰਕਾਰ ਇੱਕ ਟਰਸਟੀ ਹੈ, ਸਰਕਾਰ ਦੀਆਂ ਸ਼ਕਤੀਆਂ ਸੀਮਤ ਨੇ। ਪ੍ਰਕਿਰਤਿਕ ਅਵਸਥਾ ਬਾਰੇ ਰੂਸੋ ਦੇ ਕੀ ਵਿਚਾਰ ਨੇ? ਹਾਂਜੀ, ਰੂਸੋ ਸਮਾਜਿਕ ਸਮਝੌਤੇ ਦੇ ਆਪਣੇ ਸਿਧਾਂਤਾਂ ਆਰੰਭਿਕ ਪ੍ਰਕਿਰਤਿਕ ਅਵਸਥਾ ਤੋਂ ਕਰਦਾ ਹੈ। ਤਾਂ ਰੂਸੋ ਦੀ ਪ੍ਰਕਿਰਤਿਕ ਅਵਸਥਾ ਲੌਕ ਦੀ ਪ੍ਰਕਿਰਤਿਕ ਅਵਸਥਾ ਨਾਲ ਦੇ ਨਾਲ ਮਿਲਦੀ ਜੁਲਦੀ ਹੈ। ਤੇ ਪ੍ਰਕਿਰਤਿਕ ਅਵਸਥਾ ਦੇ ਵਿੱਚ ਮਨੁੱਖ ਆ ਜਿਹੜੇ ਕਿ ਜੌਨ ਲੌਕ ਦੇ ਅਨੁਸਾਰ ਸੁਖੀ ਰਹਿੰਦਾ ਸੀ, ਜਦ ਕਿ ਹੌਬਸ ਕੀ ਕਹਿੰਦਾ ਵੀ ਸਵਾਰਥੀ ਸੀ। ਠੀਕ ਹੈ, ਵੀ ਉਹ ਸੀ ਜਿਹੜੇ ਕਿ ਸਵਾਰਥੀ ਸੀ, ਸਵਾਰਥੀ ਮਨੁੱਖ। ਬਟ ਇਹ ਕੀ ਕਹਿੰਦੇ ਨੇ ਕਿ ਸੁਖੀ ਸੀ ਮਨੁੱਖ। ਠੀਕ ਹੈ, ਤੇ ਮੇਰ ਤੇਰ ਚੰਗੇ ਮੰਦੇ ਪਾਪ ਪੁੰਨ ਦਾ ਗਿਆਨ ਵਿਅਕਤੀ ਨੂੰ ਨਹੀਂ ਸੀ। ਭਾਵ ਕਿ ਉਹ ਆਪਾਂ ਕਹਿ ਸਕਦੇ ਕਿ ਸੁਖੀ ਜੀਵਨ ਸੀ, ਉਹਨੂੰ ਮੇਰ ਤੇਰ ਚੰਗੇ ਮੰਦੇ ਦਾ ਪਾਪ ਪੁੰਨ ਦਾ ਇਹੋ ਜਿਹਾ ਕੋਈ ਗਿਆਨ ਨਹੀਂ ਸੀ। ਉਹਨੂੰ ਭਵਿੱਖ ਦੀ ਚਿੰਤਾ ਨਹੀਂ ਸੀ। ਮਨੁੱਖ ਨੂੰ ਉਹ ਇਸ ਕਰਕੇ ਉਹ ਕਿਸੇ ਚੀਜ਼ ਤੇ ਕਬਜ਼ਾ ਨਹੀਂ ਜਮਾ ਕੇ ਨਹੀਂ ਬੈਠਦਾ ਸੀ। ਖੇਤੀਬਾੜੀ ਤੇ ਉਦਯੋਗ ਧੰਦਿਆਂ ਦਾ ਵੀ ਉਸਨੂੰ ਪਤਾ ਨਹੀਂ ਸੀ। ਉਹ ਦੂਜਿਆਂ ਨੂੰ ਕੋਈ ਹਾਨੀ ਨਹੀਂ ਪਹੁੰਚਾਉਂਦਾ ਸੀ। ਵਿਅਕਤੀ ਜਿਹੜੇ ਕਿ ਬੁੱਧੀਹੀਨ ਸੀ। ਸਮਾਜਿਕ ਸਿਧਾਂਤ ਸਮਝੌਤੇ ਦਾ ਸਿਧਾਂਤ ਬੁਰਾ ਇਤਿਹਾਸ ਹੈ, ਟਿੱਪਣੀ ਕਰੋ। ਹਾਂਜੀ, ਇਹਦੇ ਵਿੱਚ ਦੋਸ਼ ਦੱਸੇ ਹੋਏ ਨੇ ਤੇ ਇਹਦੇ ਵਿੱਚ ਦੋਸ਼ ਆ ਜਾਣਗੇ। ਪ੍ਰਕਿਰਤਿਕ ਅਵਸਥਾ ਦੀ ਪੁਸ਼ਟੀ ਜਿਹੜੀ ਕਿ ਸਹੀ ਨਹੀਂ ਕਰਦੇ, ਗਲਤ ਕਰਦੇ ਨੇ। ਠੀਕ ਹੈ, ਸਮਾਜਿਕ ਸਮਝੌਤੇ ਦੀ ਇਤਿਹਾਸਿਕ ਪੁਸ਼ਟੀ ਨਹੀਂ ਕਰਦਾ। ਠੀਕ ਹੈ, ਸਮਾਜਿਕ ਸਮਝੌਤੇ ਦਾ ਸਿਧਾਂਤ ਅਨਿਤਿਹਾਸਿਕ ਹੈ, ਕਿਉਂਕਿ ਸਾਨੂੰ ਇਤਿਹਾਸ ਦੇ ਵਿੱਚ ਕੋਈ ਅਜਿਹੀ ਉਦਾਹਰਨ ਨਹੀਂ ਮਿਲਦੀ ਜਿਹਦੇ ਆਧਾਰ ਤੇ ਇਹ ਸਿੱਧ ਕੀਤਾ ਜਾ ਸਕੇ ਕਿ ਰਾਜ ਦੀ ਉਤਪਤੀ ਸਮਝੌਤੇ ਦੁਆਰਾ ਹੋਈ ਹੈ। ਅੱਗੇ ਸਮਾਜਿਕ ਸਮਝੌਤੇ ਦਾ ਸਿਧਾਂਤ ਇੱਕ ਬੁਰਾ ਕਾਨੂੰਨ ਹੈ, ਇਹ ਵੀ ਵਿਆਖਿਆ ਕਰਨੀ ਹੈ। ਹਰੇਕ ਸਮਝੌਤਾ ਹਿੱਸੇਦਾਰ ਤੇ ਲਾਗੂ ਹੁੰਦਾ। ਠੀਕ ਹੈ, ਰਾਜ ਦੇ ਬਿਨਾਂ ਸਮਝੌਤਾ ਸੰਭਵ ਨਹੀਂ। ਦੋਸ਼ ਕੱਢੇ ਨੇ ਤਾਂ ਰਾਜ ਪਹਿਲਾਂ, ਸਮਝੌਤਾ ਬਾਅਦ ਦੇ ਵਿੱਚ। ਠੀਕ ਹੈ, ਸਮਾਜਿਕ ਸਮਝੌਤੇ ਦਾ ਸਿਧਾਂਤ ਕਾਨੂੰਨੀ ਦ੍ਰਿਸ਼ਟੀ ਅਨੁਸਾਰ ਇਹ ਵੀ ਗਲਤ ਹੈ ਕਿ ਕਿਉਂਕਿ ਇਸ ਸਿਧਾਂਤ ਅਨੁਸਾਰ ਸਮਝੌਤਾ ਪਹਿਲਾਂ ਹੋਇਆ ਤੇ ਰਾਜ ਬਾਅਦ ਦੇ ਵਿੱਚ ਹੋਇਆ। ਪਰ ਅਸਲੀਅਤ ਇਹ ਹੈ ਕਿ ਰਾਜ ਪਹਿਲਾਂ ਬਣਿਆ, ਸਮਝੌਤਾ ਬਾਅਦ ਦੇ ਵਿੱਚ। ਅੱਗੇ ਤੁਸੀਂ ਇੱਕ ਵਾਰ ਜਸਟ ਇਹਨਾਂ ਨੂੰ ਰੀਡ ਕਰ ਲੈਣਾ, ਵੈਸੇ ਆਏ ਹੋਏ ਨਹੀਂ ਹੈਗੇ ਇਹ। ਹਾਂਜੀ, ਇਹ ਹੋਇਆ ਜੌਨ ਲੌਕ ਅਨੁਸਾਰ ਸ਼ਾਸਕ ਤੇ ਸ਼ਾਸਿਤ ਸੰਬੰਧ। ਵੈਸੇ ਇਹਨਾਂ ਨੂੰ ਇੱਕ ਵਾਰ ਰੀਡ ਜ਼ਰੂਰ ਕਰਨਾ ਜਿਹੜੇ ਨਹੀਂ ਵੀ ਆਏ ਹੋਏ। ਜੌਨ ਲੌਕ ਦੇ ਅਨੁਸਾਰ ਸ਼ਾਸਕ ਸਰਕਾਰ ਇੱਕ ਟਰਸਟੀ ਹੈ। ਰਾਜ ਆਪਣੀਆਂ ਸ਼ਕਤੀਆਂ ਦੀ ਵਰਤੋਂ ਆਪਣੀ ਮਨਮਰਜ਼ੀ ਢੰਗ ਨਾਲ ਨਹੀਂ ਕਰ ਸਕਦਾ। ਜੇ ਸ਼ਾਸਕ ਆਪਣੇ ਕਰਤੱਵਾਂ ਦਾ ਪਾਲਣ ਨਹੀਂ ਕਰਦਾ ਤਾਂ ਸਮਾਜ ਨੂੰ ਅਧਿਕਾਰ ਹੈ ਕਿ ਉਹ ਰਾਜ ਨੂੰ ਬਦਲ ਸਕਦਾ ਹੈ। ਤੇ ਸ਼ਾਸਕ ਦਾ ਇਹ ਕਰਤੱਵ ਹੈ ਕਿ ਲੋਕਾਂ ਦੇ ਜੀਵਨ, ਆਜ਼ਾਦੀ ਤੇ ਸੰਪत्ति ਦੀ ਰੱਖਿਆ ਕਰਨਾ। ਰਾਜ ਬਾਰੇ ਰੂਸੋ ਦੇ ਕੀ ਵਿਚਾਰ ਨੇ? ਰੂਸੋ ਦੇ ਅਨੁਸਾਰ ਰਾਜ ਬਣਨ ਤੋਂ ਪਹਿਲਾਂ ਲੋਕ ਪ੍ਰਕਿਰਤਿਕ ਅਵਸਥਾ ਦੇ ਵਿੱਚ ਰਹਿੰਦੇ ਸੀ। ਪ੍ਰਕਿਰਤਿਕ ਅਵਸਥਾ ਦੀਆਂ ਕਠਿਨਾਈਆਂ ਨੂੰ ਦੂਰ ਕਰਨ ਲਈ ਲੋਕਾਂ ਨੇ ਆਪਸ ਦੇ ਵਿੱਚ ਸਮਝੌਤਾ ਕਰਕੇ ਪ੍ਰਕਿਰਤਿਕ ਅਵਸਥਾ ਨੂੰ ਖਤਮ ਕਰਕੇ ਰਾਜ ਦੀ ਸਥਾਪਨਾ ਕੀਤੀ ਹੈ। ਆਮ ਇੱਛਾ ਤੋਂ ਕੀ ਭਾਵ ਹੈ? ਠੀਕ ਹੈ, ਜਾਂ ਆਮ ਇੱਛਾ ਕੀ ਹੈ? ਰੂਸੋ ਦਾ ਆਮ ਇੱਛਾ ਦਾ ਸਿਧਾਂਤ ਕੀ ਹੈ? ਇਸ ਦੇ ਵਿੱਚ ਹੈਗਾ ਜਾਂ ਸਧਾਰਨ ਇੱਛਾ ਕੀ ਹੈ? ਠੀਕ ਹੈ, ਜਨਰਲ ਵਿਲ। ਰੂਸੋ ਦੇ ਅਨੁਸਾਰ ਸਮਾਜਿਕ ਸਮਝੌਤੇ ਅਨੁਸਾਰ ਲੋਕਾਂ ਨੇ ਆਪਣੇ ਸਾਰੇ ਅਧਿਕਾਰ ਸਮੂਹਿਕ ਰੂਪ ਤੋਂ ਕਿਹਨੂੰ ਸੌਂਪਦੇ ਸੀ? ਸਮਾਜ ਨੂੰ। ਤੇ ਆਪਣੇ ਆਪ ਨੂੰ ਸਧਾਰਨ ਇੱਛਾ ਨੂੰ ਅਰਪਿਤ ਕੀਤਾ। ਭਾਵ ਕਿ ਆਪਣੇ ਆਪ ਨੂੰ ਸਧਾਰਨ ਇੱਛਾ ਨੂੰ ਅਰਪਿਤ ਕਰਦਾ ਤੇ ਆਪਣੇ ਸਾਰੇ ਅਧਿਕਾਰ ਸਮਾਜ ਨੂੰ ਸੌਂਪਦੇ। ਠੀਕ ਹੈ, ਸਮੂਹਿਕ ਰੂਪ ਦੇ ਵਿੱਚ। ਸਧਾਰਨ ਇੱਛਾ ਸਰਬ ਉੱਤਮ ਹੈ, ਕਦੇ ਗਲਤ ਨਹੀਂ ਹੋ ਸਕਦੀ। ਸਧਾਰਨ ਇੱਛਾ ਦੀਆਂ ਵਿਸ਼ੇਸ਼ਤਾਵਾਂ। ਸਧਾਰਨ ਇੱਛਾ ਸਦਾਈ ਹੁੰਦੀ ਹੈ। ਸਧਾਰਨ ਇੱਛਾ ਸਾਰੇ ਕਾਨੂੰਨਾਂ ਦਾ ਸੋਮਾ। ਸਧਾਰਨ ਇੱਛਾ ਕਦੇ ਗਲਤ ਨਹੀਂ ਹੁੰਦੀ। ਸਧਾਰਨ ਇੱਛਾ ਇੱਕ ਹੈ ਤੇ ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਸਧਾਰਨ ਇੱਛਾ ਹਮੇਸ਼ਾ ਸਰਵਉੱਚ ਹੁੰਦੀ ਹੈ। ਲੌਕ ਦੇ ਅਨੁਸਾਰ ਮਨੁੱਖੀ ਸੁਭਾਅ ਬਾਰੇ ਵਿਚਾਰ। ਲੌਕ ਦੇ ਮਨੁੱਖੀ ਸੁਭਾਅ ਬਾਰੇ ਕੀ ਵਿਚਾਰ ਸੀ? ਲੌਕ ਅਨੁਸਾਰ ਮਨੁੱਖ ਸੁਭਾਅ ਤੋਂ ਹੀ ਸ਼ਾਂਤੀ ਪ੍ਰਿਯ, ਉਹ ਪ੍ਰੇਮ ਤੇ ਸਹਿਯੋਗ ਦੀ ਭਾਵਨਾ ਪਾਈ ਜਾਂਦੀ ਹੈ ਇਹਦੇ ਵਿੱਚ। ਜੌਨ ਲੌਕ ਦੇ ਅਨੁਸਾਰ ਸੁਭਾਵਿਕ ਰੂਪ ਦੇ ਵਿੱਚ ਸਭ ਮਨੁੱਖ ਇੱਕ ਹੀ ਤਰ੍ਹਾਂ ਦੀ ਸਥਿਤੀ ਦੇ ਵਿੱਚ ਹਨ, ਜਿਸ
ਵਿੱਚ ਸਭ ਸ਼ਕਤੀਮਾਨ ਅਧਿਕਾਰੀ ਖੇਤਰ ਇੱਕ ਦੂਜੇ 'ਤੇ ਨਿਰਭਰ ਨੇ, ਕਿਸੇ ਨੂੰ ਇੱਕ ਦੂਜੇ ਤੋਂ ਵੱਧ ਨਹੀਂ, ਠੀਕ ਹੈ, ਇੱਕ ਦੂਜੇ ਤੋਂ ਵੱਧ ਨਹੀਂ, ਕਿਉਂਕਿ ਇਸ ਤੋਂ ਵੱਧ ਸਪਸ਼ਟ ਹੋਰ ਕੋਈ ਗੱਲ ਨਹੀਂ ਕਿ ਇੱਕ ਨਸਲ ਤੇ ਵੰਸ਼ ਦੀ ਸਥਾਨ ਜਿਨ੍ਹਾਂ ਨੂੰ ਪ੍ਰਕਿਰਤੀ ਦੇ ਸਭ ਲਾਭ ਸਮਾਨ ਰੂਪ ਦੇ ਵਿੱਚ ਪ੍ਰਾਪਤ ਨੇ, ਬਿਨਾਂ ਕਿਸੇ ਕਬਜ਼ੇ ਦਾ ਅਧੀਨ ਦੇ ਆਪਸ ਦੇ ਵਿੱਚ ਵੀ ਸਮਾਨ ਹੋਵੇ। ਤੇ ਉਹਦੇ ਅਨੁਸਾਰ ਮਨੁੱਖ ਸੁਭਾਅ ਤੋਂ ਸਵਾਰਥੀ ਨਹੀਂ, ਉਹ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਨੇ। ਤੇ ਬਾਕੀ ਜਿਹੜੇ ਕੁਐਸਚਨਸ ਚੈਪਟਰਸ ਰਹਿ ਗਏ ਉਹ ਆਪਾਂ ਬਾਕੀ ਨੈਕਸਟ ਵੀਡੀਓ 'ਚ ਕਰਾਂਗੇ। ਥੈਂਕਸ।